ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਚਾਦਰ ਛਤਰ ਤਹਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਗੋਦ ਵਿੱਚ ਸਤਿਗੁਰੂ ਜੀ ਦੇ ਨਿੱਜੀ ਸਥਾਨ ਗੁਰਦੁਆਰਾ ਜੋਤ ਅੰਮ੍ਰਿਤ ਪ੍ਰਕਾਸ਼ ਵਿਖੇ ਵਿਸ਼ੇਸ਼ ਹਫ਼ਤਾਵਾਰੀ ਸਮਾਗਮ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੇ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦਾ ਸਦਕਾ ਗੁਰੂ ਕੀ ਬਾਣੀ ਦੇ ਸ਼ਬਦ ਕੀਰਤਨ ਨਾਲ ਆਪ ਜੁੜ ਰਹੇ ਸੀ।
ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਤੋਂ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਿਓ ਪਰਿਵਾਰ ਵੱਲੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਜੋ ਸ੍ਰੀ ਸਹਿਜ ਪਾਠ ਆਰੰਭ ਕੀਤੇ ਸਨ, ਉਹਨਾਂ ਦੇ ਭੋਗ ਵੀ ਪਾਏ ਗਏ ਹਨ। ਸਤਿਗੁਰੂ ਨੇ ਕਿਰਪਾ ਕੀਤੀ ਹੈ। ਆਓ ਕੁਝ ਸਮਾਂ ਗੁਰੂ ਕੀ ਬਾਣੀ ਦੇ ਸ਼ਬਦ ਕੀਰਤਨ ਦੇ ਨਾਲ ਆਪਾਂ ਹਾਜ਼ਰੀ ਭਰੀਏ। ਭਾਵੇਂ ਪਿਛਲੀ ਵੀਕ ਜੋ 5 ਜੂਨ ਦਾ ਦਿਨ ਸੀ, ਉਸ ਦਿਨ ਆਪ ਸਾਰੀਆਂ ਸੰਗਤਾਂ ਦੇ ਦਾਸ ਦਰਸ਼ਨ ਨਹੀਂ ਕਰ ਸਕੇ, ਕਿਉਂਕਿ 1 ਤਰੀਕ ਤੋਂ ਲੈ ਕੇ 6 ਜੂਨ ਤੱਕ ਜੋ ਘੱਲੂਘਾਰਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਕੇ ਸਮੇਂ ਦੀ ਉਸ ਵੇਲੇ ਦੀ ਹਕੂਮਤ ਨੇ ਜੋ ਹਮਲਾ ਕੀਤਾ ਟੈਂਕਾਂ ਤੋਪਾਂ ਦੇ ਨਾਲ, ਜਿੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਗੁਰਸਿੱਖ ਮਾਈ ਭਾਈ ਬੈਠੇ ਨੇ, ਇਸ ਦਰਦਨਾਕ ਸਾਕੇ ਨੂੰ ਘੱਲੂਘਾਰੇ ਨੂੰ ਮਨਾਉਣ ਵਾਸਤੇ, ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਸਿਜਦਾ ਕਰਨ ਵਾਸਤੇ ਆਪੋ ਆਪਣੀ ਹਾਜ਼ਰੀ ਭਰਦੇ ਹਨ। ਦਾਸ ਨੂੰ ਵੀ ਵਿਸ਼ੇਸ਼ ਤੌਰ ਤੇ ਹੁਕਮ ਮਿਲਿਆ ਸੀ ਕੈਲੀਫੋਰਨੀਆ ਦੀ ਸੰਗਤ ਵੱਲੋਂ ਗੁਰਦੁਆਰਾ ਐਸਪਰੰਟੇ ਵਿਖੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਬਹੁਤ ਵੱਡਾ ਸਮਾਗਮ ਆਯੋਜਿਤ ਕੀਤਾ ਗਿਆ ਸੀ। 4 ਜੂਨ ਨੂੰ ਜੋ ਸਨ ਫਰਾਂਸਿਸਕੋ ਸ਼ਹਿਰ ਹੈ ਕੈਲੀਫੋਰਨੀਆ ਦਾ, ਉਸ ਪਵਿੱਤਰ ਸ਼ਹਿਰ ਦੇ ਵਿੱਚ ਜੋ ਸਾਰੀਆਂ ਸੰਗਤਾਂ ਨੇ ਮਿਲ ਕਰਕੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਇਕੱਤਰਿਤ ਹੋਈਆਂ ਅਤੇ ਆਪਣੇ ਇਤਿਹਾਸ ਨਾਲ ਜੋ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਗੁਰਮੁਖ ਬੁਲਾਰਿਆਂ ਵੱਲੋਂ। ਸੋ ਇਸ ਕਰਕੇ ਉਸ ਸਮੇਂ ਦਾਸ ਇਸ ਪਵਿੱਤਰ ਸਥਾਨ ਤੇ ਹਾਜ਼ਰੀ ਨਹੀਂ ਭਰ ਸਕਿਆ। ਆਓ ਹੁਣ ਜਿੱਥੇ ਗੁਰਮੁਖ ਪਰਿਵਾਰ ਵੱਲੋਂ ਮਹਾਰਾਜ ਜੀ ਦਾ ਕੋਟਾਨਕੋਟ ਸ਼ੁਕਰਾਨਾ ਧੰਨਵਾਦ, ਉੱਥੇ ਨਾਲ ਨਾਲ ਇਸ ਘੱਲੂਘਾਰੇ ਨੂੰ ਯਾਦ ਕਰਦਿਆਂ ਹੋਇਆਂ ਭਾਵੇਂ ਸਮੇਂ ਸਮੇਂ ਅਨੁਸਾਰ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ ਦਾ ਸਤਿਗੁਰੂ ਜੀ ਨੇ ਸਮਾਂ ਬਖਸ਼ਿਸ਼ ਕੀਤਾ। ਸੋ ਜਿਹੜਾ ਮੋਰਚਾ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਮਹਾਂਪੁਰਸ਼ਾਂ ਨੇ ਸਿੰਘਾਂ ਦੀ ਰਿਹਾਈ ਵਾਸਤੇ 19 ਜੁਲਾਈ 1982 ਨੂੰ ਲਾਇਆ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪਵਿੱਤਰ ਹਜ਼ੂਰੀ ਵਿੱਚ ਅਰਦਾਸ ਬੇਨਤੀ ਕਰਕੇ ਸਮੁੱਚੀਆਂ ਸੰਪਰਦਾਵਾਂ, ਸਮੁੱਚੀਆਂ ਜਥੇਬੰਦੀਆਂ, ਅਕਾਲੀ ਦਲਾਂ ਵੱਲੋਂ ਇਸ ਨੂੰ 4 ਅਗਸਤ ਨੂੰ ਧਰਮ ਯੁੱਧ ਮੋਰਚੇ ਦਾ ਨਾਮ ਦਿੱਤਾ ਗਿਆ। ਸਮੇਂ ਸਮੇਂ ਅਨੁਸਾਰ ਸੰਗਤਾਂ ਜਿਹੜੀਆਂ ਸੀ ਬਹੁਤ ਵੱਡੀ ਗਿਣਤੀ ਵਿੱਚ ਗ੍ਰਿਫਤਾਰੀਆਂ ਦਿੰਦੀਆਂ। ਉਸ ਮੋਰਚੇ ਦੀਆਂ ਕੁਝ ਮੰਗਾਂ ਸਨ, ਜਿਹਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਜੋ ਵਿਸ਼ੇਸ਼ ਤੌਰ ਤੇ ਸਮੁੱਚੀਆਂ ਸਟੇਟਾਂ ਦੇ ਲਈ, ਜਿਹੜੀਆਂ ਭਾਰਤ ਵਿੱਚ ਜਿੰਨੀਆਂ ਵੀ ਸਟੇਟਾਂ ਹਨ ਉਹਨਾਂ ਸਾਰਿਆਂ ਲਈ ਹੀ ਉਸ ਅਨੰਦਪੁਰ ਦੇ ਮਤੇ ਵਿੱਚ ਵਿਚਾਰ ਸਨ। ਉੱਥੇ ਨਾਲ ਹੀ ਕੁਝ ਸਿੱਖ ਕੌਮ ਦੀਆਂ ਜਿਹੜੀਆਂ ਧਾਰਮਿਕ ਮੰਗਾਂ ਸਨ, ਜਿਵੇਂ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਦੇਣਾ, ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਕੀਰਤਨ ਗੁਰੂ ਕੀ ਸਿੱਖ ਸੰਗਤਾਂ ਤੱਕ ਪਹੁੰਚਾਉਣ ਦੇ ਲਈ ਟਰਾਂਸਮੀਟਰ ਰੇਡੀਓ ਰਾਹੀਂ, ਉਸ ਵੇਲੇ ਟੈਲੀਵਿਜ਼ਨ ਤਾਂ ਨਹੀਂ ਸੀ, ਰੇਡੀਓ ਦਾ ਰਾਹੀਂ ਜੋ ਇਹ ਸਾਰਾ ਕੀਰਤਨ ਪ੍ਰਸਾਰ ਕੀਤਾ ਜਾਵੇ। ਇਸੇ ਤਰ੍ਹਾਂ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਨੂੰ ਪਵਿੱਤਰ ਸ਼ਹਿਰ ਸਾਰਾ ਕਰਾਰ ਦਿੱਤਾ ਜਾਵੇ ਅਤੇ ਜੋ ਕੁਝ
ਮੰਗਾਂ ਸਨ ਪੰਜਾਬ ਦੀਆਂ, ਵਿਸ਼ੇਸ਼ ਤੌਰ 'ਤੇ ਪਾਣੀ ਦੇ ਮਸਲੇ, ਚੰਡੀਗੜ੍ਹ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਇਹ ਸਾਰੇ ਉਸ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਸੀ। ਲੇਕਿਨ ਸਰਕਾਰ ਨੇ, ਸਮੇਂ ਦੀ ਮੌਜੂਦਾ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਲੱਖਾਂ ਦੀ ਗਿਣਤੀ ਵਿੱਚ ਗੁਰੂ ਕੇ ਸਿੰਘ, ਮਾਈਆਂ, ਬੀਬੀਆਂ, ਬੱਚੇ ਗ੍ਰਿਫਤਾਰੀਆਂ ਦਿੰਦੇ ਰਹੇ। ਅਖੀਰ ਇਸ ਨੂੰ ਤਾਰ ਪੀੜੋ ਕਰਨ ਵਾਸਤੇ, ਇਸ ਨੂੰ ਮੁਕਾਉਣ ਵਾਸਤੇ, ਸਿੱਖਾਂ ਦੀ ਨਸ਼ਟ-ਕੁਸ਼ੀ ਕਰਨ ਵਾਸਤੇ, ਕਤਲੇਆਮ ਕਰਨ ਵਾਸਤੇ 1 ਜੂਨ 1984 ਨੂੰ 12:30 ਵਜੇ ਬਗੈਰ ਕਿਸੇ ਵਾਰਨਿੰਗ ਤੋਂ ਗੋਲੀ ਚਲਾਈ ਗਈ। CRP ਤੇ BSF ਦੀਆਂ ਬਟਾਲੀਅਨਾਂ ਨੇ ਇਹ ਗੋਲੀ ਚਲਾਈ, ਜਿਸ ਵਿੱਚ 11 ਸਿੰਘ ਸ਼ਹੀਦ ਹੋਏ ਅਤੇ 25 ਤੋਂ ਵੱਧ ਫੱਟੜ ਹੋਏ ਸਨ। 12:30 ਵਜੇ ਤੋਂ ਲੈ ਕੇ 8 ਵਜੇ ਤੱਕ ਸ਼ਾਮ ਦੇ ਗੋਲੀ ਲਗਾਤਾਰ ਚੱਲਦੀ ਰਹੀ। 2 ਨੂੰ ਸਿੰਘਾਂ ਦੇ ਕੁਝ ਸੰਸਕਾਰ ਕੀਤੇ ਗਏ ਅਤੇ ਇਸੇ ਤਰ੍ਹਾਂ ਜਿਹਦੇ ਵਿੱਚ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਰਾਮ ਸਿੰਘ ਜੀ ਤੇ ਅਖੰਡ ਕੀਰਤਨੀ ਜਥੇ ਦੇ ਭਾਈ ਮਹਿੰਗਾ ਸਿੰਘ ਜੀ ਸ਼ਹੀਦ ਹੋਏ ਸਨ ਅਤੇ ਕੁਝ ਸਿੰਘ ਅਤੇ ਕੁਝ ਪਰਿਵਾਰ ਆਪਣੇ ਸਰੀਰ ਜਿਹੜੇ ਸਨ ਉਹ ਲੈ ਗਏ ਸੀ। 2 ਤਰੀਕ ਨੂੰ ਇਹਨਾਂ ਸਿੰਘਾਂ ਦੇ ਕੁਝ ਸੰਸਕਾਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਕੀਤੇ ਗਏ। 3 ਤਰੀਕ ਨੂੰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਸ਼ਹੀਦੀ ਜੋੜ ਮੇਲਾ ਸੀ, ਜੋ ਐਤਕੀ ਵੀ 38 ਸਾਲ ਬਾਅਦ 3 ਤਰੀਕ ਨੂੰ ਮਹਾਰਾਜ ਜੀ ਦਾ ਸ਼ਹੀਦੀ ਜੋੜ ਮੇਲਾ 3 ਜੂਨ ਨੂੰ ਆਇਆ ਸੀ। 4 ਤਰੀਕ ਨੂੰ ਫਿਰ ਦੁਬਾਰਾ ਮਿਲਟਰੀ ਨੇ ਉਹਨਾਂ ਮੋਰਚਿਆਂ ਤੇ ਕਬਜ਼ੇ ਕਰਕੇ ਸਵੇਰੇ ਅੰਮ੍ਰਿਤ ਵੇਲੇ 4:40 ਦੇ ਉੱਤੇ ਤੋਪਾਂ ਟੈਂਕਾਂ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ। ਸਤਿਕਾਰਯੋਗ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਬਾਰੇ ਮੈਂ ਇੱਕ ਛੋਟੀ ਜਿਹੀ ਇੱਥੇ ਬੇਨਤੀ ਕਰ ਦੇਵਾਂ। ਅੱਜ ਤੱਕ ਵੀ ਸਰਕਾਰ ਇਹ ਗੁਰਮੁਖ ਪਿਆਰਿਓ ਨਸ਼ਰ ਨਹੀਂ ਕਰ ਸਕੀ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਉੱਤੇ ਕੋਈ ਕਿਸੇ ਤਰ੍ਹਾਂ ਕਿਸੇ ਵੀ ਕੇਸ ਵਿੱਚ, ਕਿਸੇ ਵੀ ਥਾਣੇ ਵਿੱਚ ਕੋਈ FIR ਦਰਜ ਸੀ, ਕਿਉਂਕਿ ਅੱਜ ਤੱਕ ਇਹ ਗੱਲ ਨੂੰ ਉਹ ਸਾਬਤ ਨਹੀਂ ਕਰ ਸਕੇ। ਲੇਕਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨਾ, ਸਿੱਖ ਕੌਮ ਦੇ ਉੱਤੇ ਜੋ ਕਤਲੇਆਮ ਦਾ ਇਹ ਭਾਰਾ ਵਰਤਾਇਆ ਕੱਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੇ ਨਹੀਂ, ਹੋਰ ਵੀ 37 ਗੁਰਦੁਆਰਾ ਸਾਹਿਬਾਂ ਦੇ ਉੱਤੇ ਉਹਨਾਂ ਨੇ ਹਮਲੇ ਕੀਤੇ। ਸਿੰਘ ਸ਼ਹੀਦ ਹੋਏ, ਗ੍ਰਿਫਤਾਰ ਹੋਏ, ਤਸ਼ੱਦਦ ਕੀਤਾ। ਤਾਂ ਉਸ ਵੇਲੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਹਮੇਸ਼ਾ ਗੱਲ ਕਿਹਾ ਕਰਦੇ ਸੀ ਕਿ ਵਾਧਾ ਅਸੀਂ ਕਰਨਾ ਨਹੀਂ, ਜੇ ਇੱਥੇ ਕੋਈ ਸਮੇਂ ਦੀ ਹਕੂਮਤ ਨੇ ਪੁਲਿਸ ਜਾਂ ਫੌਜ ਚਾੜੀ ਤਾਂ ਉਹਦਾ ਮੁਕਾਬਲਾ ਅਸੀਂ ਜ਼ਰੂਰ ਕਰਾਂਗੇ, ਉਹਦਾ ਜਵਾਬ ਜ਼ਰੂਰ ਦੇਵਾਂਗੇ। ਤਾਂ ਉਸ ਵੇਲੇ ਇਹਨਾਂ ਪੰਕਤੀਆਂ ਨੂੰ ਗੁਰੂ ਕੇ ਸਿੰਘਾਂ ਦੇ ਨਾਲ ਹਮੇਸ਼ਾ ਜੋ ਸਮੇਂ ਅਨੁਸਾਰ ਗੁਰੂ ਸਾਹਿਬਾਂ ਨੇ ਵੀ, ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਨੇ, ਜਾਓ ਪਾਓ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਉਹੀ ਹੁਕਮ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਸਮੁੱਚੇ ਗੁਰੂ ਕੇ ਖਾਲਸੇ ਦੇ ਜਿਹੜੇ ਸਿੰਘ ਸੀ ਇਕੱਠੇ ਕਰਕੇ ਉਹਨਾਂ ਨੂੰ ਇਹ ਗੱਲ ਕਹਿੰਦੇ ਸੀ, ਜਿਨ੍ਹਾਂ ਨੇ ਜਾਣਾ ਉਹ ਘਰਾਂ ਵਿੱਚ ਚਲੇ ਜਾਣ, ਜਿਨ੍ਹਾਂ ਨੇ ਰਹਿਣਾ ਉਹਨਾਂ ਵਾਸਤੇ 3 ਚੀਜ਼ਾਂ ਨੇ। ਸਭ ਤੋਂ ਪਹਿਲਾਂ ਜੋ ਸ਼ਹੀਦੀਆਂ, ਫਿਰ ਜੇਲ੍ਹ ਦੀਆਂ ਕਾਲ ਕੋਠੜੀਆਂ ਤੇ ਫਾਂਸੀ ਦੇ ਰੱਸੇ, ਇਹ ਜਿਨ੍ਹਾਂ ਨੂੰ ਪ੍ਰਮਾਣ ਨੇ ਉਹ ਰਹਿਣ, ਨਹੀਂ ਤਾਂ ਜਿਨ੍ਹਾਂ ਨੇ ਖੁਸ਼ੀ ਨਾਲ ਜਾਣਾ ਘਰ ਵਿੱਚੋਂ ਚਲੇ ਜਾਣ। ਹਾਲਾਤ ਐਸੇ ਬਣ ਚੁੱਕੇ ਨੇ। ਉਸ ਵੇਲੇ ਮਹਾਂਪੁਰਖਾਂ ਨੇ ਇਹਨਾਂ ਪੰਕਤੀਆਂ ਨੂੰ ਦੁਹਰਾਇਆ ਸੀ। ਆਪਾਂ ਵੀ ਉਸ ਪੰਕਤੀਆਂ ਨੂੰ ਗੁਰੂ ਕੀ ਬਾਣੀ ਦੇ ਨੂੰ ਸ਼ਬਦ ਨਾਲ ਕੀਰਤਨ ਦੇ ਰੂਪ ਵਿੱਚ ਪੜ੍ਹ ਲਈਏ, ਜੋ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਇਹਨਾਂ ਪਾਵਨ ਉਪਦੇਸ਼ ਨੂੰ ਜੋ ਕਿਰਪਾ ਕਰਕੇ ਸਮੇਂ ਅਨੁਸਾਰ ਗੁਰੂ ਕੇ ਸਿੰਘਾਂ ਨੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਕਾਲ ਵੇਲੇ ਵੀ ਅਤੇ ਸਮੇਂ ਅਨੁਸਾਰ ਗੁਰੂ ਕੇ ਸਿੰਘਾਂ ਨੇ ਇਹਨਾਂ ਪੰਕਤੀਆਂ ਉੱਤੇ ਪਹਿਰਾ ਦੇ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ। ਉਹੀ ਪੰਕਤੀਆਂ, ਉਹੀ ਗੁਰੂ ਸਾਹਿਬ ਦਾ ਉਪਦੇਸ਼ ਤੇ ਸੰਦੇਸ਼
ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਮਨੀ ਟਕਸਾਲ ਦੇ 14ਵੀਂ ਮੁਖੀ ਸਮੁੱਚੀਆਂ ਸੰਗਤਾਂ ਨੂੰ ਤੇ ਜਥੇ ਦੇ ਸਿੰਘਾਂ ਨੂੰ ਇਹ ਵਿਚਾਰ ਸਾਰੇ ਦਰਸਾ ਰਹੇ ਨੇ। ਆਓ ਪਿਆਰ ਦੇ ਨਾਲ ਸਰਵਣ ਕਰੋ। ਸੋ ਮੈਂ ਕਿੱਥੇ ਆ ਗਿਆ
जाओ तो प्रेम खेलन का जाओ। भावें महाराज सच्चे पातशाह जी के अखरी अर्थ अंतरीव अर्थ विचारधारा के नाल जे जुड़िए, उस अकाल पुरख वाहिगुरू के नाल जुड़न की महाराज सच्चे पातशाह जी ने ताकीद की है। ऐ जीव जे तैनू उस परमेश्वर वाहिगुरू के नाम नाल प्रेम है, तां जिहड़ा हंकार रूपी तेरा सिर है ना, इनू भी निशावर कर दे। तोड़ दे हंकार नू, अते जो महापुरख अखरी अर्थ भी देह करा करते सन कि जदों धर्म ते अणख ते गैरत दे लई जुर्म हुंदा है, उस जुर्म नू दूर करने वास्ते धन श्री गुरु नानक देव महाराज पातशाह ने बाबर नू भी कहा, बाबर तू जावर है। जिहड़ा महाराज जी की पवित्र बाणी बाबर बाणी फिर गई कोर ना रोटी खाए, इन्हां शब्दों की जे आपां विचार करिए, महाराज जी ने भी वचन कीते, जे सकता सकते को मारे ता मन रोस न होई। ते परमेश्वर वाहिगुरू की बेनती की है कि मार पई कुरलाने टैंकी दर्द न आया, इमना बाद की धरती देते। ते वही सतगुरु सच्चे पातशाह कहते हैं कि जदों कोई ऐसा समा बन आवे तां फिर गुरु साहब जी के पवित्र वचन बेअंत जगह ते सानू पढ़न सुनन मिलते हैं। कलम मामा बाजे करो निशाना घाओ खेत जो मांडो सूरमा, अब जूझन को दाओ सूरा सो पहचानिए जो लड़े दीन के हेत, पुरजा पुरजा कट मरे कबू न छाड़ा खेत। उस वे महापुरख श्रीमान संत बाबा जरनैल सिंह जी खालसा जी ने, जिन्हां दे उस समय दास सारा ये जिहड़ा घल्लूकारा वापरिया है 1984 का, उस वेले दासियां की ड्यूटी श्री अकाल तख्त साहिब ते कीर्तन करन दी सी। दास दे नाल भाई साहब भाई गुरशरण सिंह जी, भाई ठाकुर सिंह जी ते दास तिन्ने असीं कीर्तन श्री अकाल तख्त साहिब दे उत्ते जदों असीं आरंभ करन कीता, 4:30 बजे सचखंड सिंह दरबार साहब तो हुक्मनामा हो जाता है। अकाल तख्त साहिब जी के बिल्कुल सामने बैठ के जिवें आ बेंच लग्या होया है, इस तरह तख्त पोस होया करता सी। सन्मुख गर्मियों के दिनों में कीर्तन अकाल तख्त साहिब जी के अगे होया करता सी, परिक्रमा में बैठ के। 4:40 का समा होना जब तोपां दे गोलियां ने श्री अकाल तख्त साहिब जी के उत्ते हमला कर दिता। बाकी इमारतों से भी होया, लगातार गोली चलती गई। साढ़े नाल ही मेरे वाली साइड खब्बे पासे सत्कारयोग अमर शहीद जनरल सुरेश सिंह जी बैठे सन, क्योंकि वो कीर्तन दरबार साहब की पालकी तो बाद जो महाराज का स्वरूप अंदर चला जाता, फिर वो सेवा भी करते थे, बाहर आके कीर्तन के विच हाजरी भरिया करते सन, सुनिया करते सी। कोले बैठिया ने जिस वेले तोप के गोलियां ने अटैक किया तो उस वे यकदम संगतों के विच काफ़ी घबराहट हुई। उस वे संत भाई जनरल सुरेश सिंह जी ने सारे कहा कि सिंहो आपको अपनी सुरक्षित जगह पर चले जाओ। उस समय की हुकूमत ने मिलिट्री अटैक कर दिता है, फौजी अटैक कर दिता है। उस वे सिंह की जो ड्यूटियां जिमें जिमें लगियां सी, हुण समा अपने को सीमित है। इस समय नूं जो विस्तार चाहिदा है इन्हां दी विचार करने वास्ते, पर लेकिन उन्हां महान शहीदां की याद विच आपां सारे जुड़े हाँ। गुरु साहब कृपा करन उस वेले सारे सिंघां ने समेत महापुरखां दे जिन्ने भी उत्थे सिंह सी, गुरु कलगीधर पातशाह के बचनों को अपने हिरदे विच वसाया। आपो अपने शस्त्रां अस्त्रां नमस्कार की, जिहदे बारे महाराज कहते हैं अस्त्र पान खंडो खड़ग तुप कवर और तीर सहज सरोही सहथी जह हमारे पीर
ਇਹਦੀਆਂ ਅਖੀਰਲੀਆਂ ਪੰਕਤੀਆਂ ਗੁਰੂ ਕਵੀਂਦਰ ਪਾਤਸ਼ਾਹ ਕਹਿੰਦੇ ਨੇ, ਤੁਸੀਂ ਨਿਸ਼ਾਨੀ ਜੀਤ ਕੀ। ਆਪੋ ਆਪਣੇ ਸ਼ਸਤਰਾਂ ਨੂੰ ਬੜੇ ਪਿਆਰ ਦੇ ਨਾਲ ਨਮਸਕਾਰ ਕਰਕੇ ਕਿਹਾ, ਔਰ ਤੁਸੀਂ ਹੀ ਇਹਨਾਂ ਜ਼ਾਲਮਾਂ ਦੇ ਦੰਦ ਖੱਟੇ ਕਰਨ ਵਾਸਤੇ ਸਾਡੀ ਸਹਾਇਤਾ ਕਰੋ। ਅਤੇ ਆਪੋ ਆਪਣੇ ਸ਼ਸਤਰ ਲੈ ਕੇ, ਅਸਤਰ ਲੈ ਕੇ, ਸ਼ਸਤਰ ਹੁੰਦਾ ਜਿਹੜਾ ਹੱਥ ਨਾਲ ਚੱਲਦਾ, ਜਿਹਨੂੰ ਆਪਾਂ ਕਿਰਪਾਨ ਕਹਿ ਦਈਏ, ਟਕੂਆ ਕਹਿ ਦਈਏ, ਬਾਸ਼ਾ ਕਹਿ ਦਈਏ, ਤੀਰ ਕਮਾਨ ਕਹਿ ਦਈਏ, ਤੇ ਅਸਤਰ ਹੁੰਦਾ ਜਿਹੜਾ ਮੈਂ ਜਿਵੇਂ ਕੋਈ ਗਨ ਹੁੰਦੀ ਹੈ, ਤੋਪ ਹੁੰਦੀ ਹੈ, ਜਾਂ ਕੋਈ ਬੰਬ ਹੁੰਦੇ ਨੇ, ਜਦੋਂ ਦੂਰ ਜਾ ਕੇ ਮਾਰ ਕਰਦੇ ਨੂੰ ਅਸਤਰ ਕਹਿੰਦੇ ਨੇ। ਮਹਾਰਾਜ ਜੀ ਨੇ ਦੋਨਾਂ ਚੀਜ਼ਾਂ ਦਾ ਜ਼ਿਕਰ ਕੀਤਾ, ਜੇਤੇ ਸ਼ਸਤਰ ਨਾਮੰ ਨਮਸਕਾਰ ਤਾਨੂੰ, ਜੇਤੇ ਅਸਤਰ ਭੇਅੰ ਨਮਸਕਾਰ ਤੇਨ। ਉਹਨਾਂ ਸ਼ਸਤਰਾਂ ਨੂੰ ਮਹਾਂਪੁਰਖਾਂ ਸਮੇਤ ਸਾਰੇ ਸਿੰਘਾਂ ਨੇ ਨਮਸਕਾਰ ਕੀਤੀ। ਆਓ ਉਹਨਾਂ ਸ਼ਬਦਾਂ ਨੂੰ ਆਪਾਂ ਦੁਹਰਾਈਏ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਨੇ ਉਹਨਾਂ ਸ਼ਸਤਰਾਂ ਬਾਰੇ ਕਿਹੜਾ ਸਾਡੇ ਲਈ ਜੋ ਮੁਖਾਤਬ ਕਰਦੇ ਹਨ, ਪੀਰ ਦਾ ਦਰਜਾ ਮਹਾਰਾਜ ਜੀ ਨੇ ਸ਼ਸਤਰਾਂ ਨੂੰ ਦਿੱਤਾ ਹੈ। ਉਸ ਵੇਲੇ ਸਾਰੇ ਸਿੰਘਾਂ ਨੇ ਆਪੋ ਆਪਣੇ ਮੋਰਚੇ ਉਠਾਲੇ ਅਤੇ ਉਹਨਾਂ ਸ਼ਸਤਰਾਂ ਨੂੰ ਨਮਸਕਾਰ ਕੀਤੀ। ਕਿਉਂ ਕਿ ਉਹ ਸਮਾਂ ਮੈਦਾਨ ਜੰਗ ਦਾ ਆ ਗਿਆ ਹੈ। ਇਹਨਾਂ ਨਾਲ ਮਹਾਰਾਜ ਦੇ ਪਾਤਸ਼ਾਹ ਜੀ ਨੂੰ ਦਾ ਬਲ ਬਖਸ਼ੋ ਜੀ। Thank you.
तुपक ताबर आर तीर सहब सरोही सहथी जय हमारे पीर। तीर तू ही, सहथी तू ही ताबर तलवार, नाम तिहार जो जपै पाए सिंध पवार। काल तू ही, काली तू ही तेग आर तीर, तू ही निशानी जीत की, आज तू ही जग वीर। ये पावन शब्द गुरु कलगीधर पातशाह जी ने शस्त्रां ਨੂੰ नमस्कार करदे पीर का दर्जा दिता है। उन्होंने ਸਿੰਘਾਂ ने आपो अपने मोर्चों में जाके समय की हुकूमत जिहड़ी कहती सी ना, जिहड़ी जरनैल सी 2 घंटिਆਂ की खेड है सारी। ते गुरु प्यारे तुहानूं सारिਆਂ ਨੂੰ पता है दुनिया के नक्शे के उत्ते ये गल उकरी गई है भी एक पासे लखां की फौज किसी वेले गुरु कलगीधर पातशाह साहिब कमाल श्री गुरु गोबिंद सिंह साहब महाराज जी नूं मुगलिया हुकूमत ते हिंदू पहाड़ी राजियां ने आनंदपुर साहब घेरा पाया, आटे ते कुरान दियां सवां खादियां। महाराज के पातशाह जी के सिंहां ने भरोसा करके सिंहां दे वचन मान के आनंदपुर का किला छड्डिया। सरसा नदी के किनारे उत्ते गुरमुख प्यारे परिवार विछोड़ा होया ते फिर चमकौर की गढ़ी विच गुरु कलगीधर पातशाह 40 ਸਿੰਘਾਂ ਦੇ ਨਾਲ ਭੁੱਖਣ ਭਾਣਿਆਂ ਦੇ ਨਾਲ ਸਮੇਂ ਦੀ 10 ਲੱਖ ਮਲਖਈਏ ਦੇ ਨਾਲ महान युद्ध लड़िया। उत्थे तां गुरु लड़दे सी, इत्थे गुरु का पुत्र लड़ रहा है, गुरु का पुत्र खालसा। इत्थे भी मुट्ठी भर सारे सिंह ने जिहड़े इतिहास के जिक्र पढ़ते हैं आपां कि जदों, क्योंकि एक आम कहावत है फरीद साहब के नाल जुड़ी है, क्योंकि उस वेले फरीद साहब जी की जिहड़ी अवस्था है, जदों गुरु की बाणी में भी महाराज जी ने वचन कीते ने भगतां दी रसना तो, फरीदा रोटी मेरी काट की लावण मेरी भुख, कहण तो भाव कि उन्हां भुख तो जिहड़े तरसाए भुख है, फरीदा मौतों भुख बुरी। ये आम गुरु की बाणी की पंक्ति नहीं है। एक फरीद साहब नाल जुड़ी है, कहते फरीदा मौतों भुख बुरी, राती सुते खा के सवेर आन खड़ी। जिहड़ी भुख है ना ये सताउंदी है, पर गुरु के खालसे ने एक एक मुठ छोलियां दी खा के तेरे लंगरां चों घूर घूर मौत नूं डरावे तेरा खालसा। वो अवस्था भी 4 जून 1984 तो 6 जून 1984 तक ਸਿੰਘਾਂ ਦੇ ਵਿੱਚ ਵਰਤਾਰਾ ਵਰਤਿਆ। आपो अपने मोर्चों में ਸਿੰਘਾਂ ने समय की हुकूमत से जी चढ़ के आई सी जवाब दिता। मेरे सरकार जो 10वीं साल के विद्यार्थी भाई साहब भाई बलवीर सिंह जी जो यूके इंग्लैंड वासी हैं, नाल ही सरकार जो भाई साहब भाई बलजीत सिंह जी विद्यार्थी 10वीं साल भी पहुंचे ने, उन्होंने भी रसना तो आप कुछ वचन सरवण करांगे। 10 मिनट का समा दास होर आपदे नाल विचार साझी संकोच करके उन्होंने बाणी के शब्दों नाल जुड़िए, जिहड़े शब्द उस वेले ਸਿੰਘਾਂ ने हथियार चुक के समय की मुगलिया हुकूमत के जिहड़े रूहां सन, भारत की जिहड़ी मिलिटरी सी उन्होंने दे नाल किवें जूझे, वो गुरु कलगीधर पातशाह के वचनों को आपां दोहरा लईए। हे रब, हे सस,
हे करुणानिध मेरी अभय बेनती सुन लीजै और न मांगत हूँ तो ते कछ चाहत हूँ चितना सोई कीजै शस्त्रन से वत हीरा भीतर जूझ मरो कह साज भतीजा ਦਾ ਮਹਾਨ ਸ਼ਹੀਦਾਂ ਨੇ ਉਹਨਾਂ ਸ਼ਸਤਰਾਂ ਨੂੰ ਚੁਣ ਕੇ ਸਮੇਂ ਦੀ ਹਕੂਮਤ ਨੂੰ ਬੁਲਾਉਂਦਿਆਂ ਹੋਇਆਂ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਵਿੱਚ ਗੁਰੂ ਕੇ ਪਿਆਰਿਓ ਮੁਗਲਿਆ ਹਕੂਮਤ ਦਾ ਟਾਕਰਾ ਕੀਤਾ। ਉੱਥੇ ਗੁਰੂ ਸਾਹਿਬ ਆਪ ਲੜਾਈ ਲੜ ਰਹੇ ਸੀ। ਇੱਥੇ ਗੁਰੂ ਦਾ ਖਾਲਸਾ ਗੁਰੂ ਦਾ ਪੁੱਤਰ ਦਮਨੀ ਸਾਹਿਬ ਦੇ 14ਵੇਂ ਮੁਖੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਦੀ ਅਗਵਾਈ ਵਿੱਚ ਸਾਰੇ ਸੂਰਮੇ ਲੜ ਰਹੇ ਨੇ ਤੇ ਮਨ ਵਿੱਚ ਇਹ ਭਾਵਨਾ ਹੋ ਰਹੀ ਹੈ
8:30 ਵਜੇ ਦਾ ਸਮਾਂ ਮਹਾਂਪੁਰਖਾਂ ਨੇ ਤਕਰੀਬਨ ਉਸ ਵੇਲੇ ਅਸੀਂ 70% ਸੀ ਅਰਦਾਸ ਬੇਨਤੀ ਕੀਤੀ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, हे रब, हे सस, हे करुणानिध। ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਆਪਾਂ ਗਾਇਨ ਕਰ ਰਹੇ ਹਾਂ ਨਾ ਤੇ ਸਰਵਣ ਕਰ ਰਹੇ ਹਾਂ, ਇਹਦਾ ਮੁੱਖ ਆਸ਼ਾ 8:30 ਵਜੇ ਅਰਦਾਸ ਬੇਨਤੀ ਦਾ ਹੀ ਮੁੱਖ ਮਕਸਦ ਸੀ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਮੇਂ ਦੀ ਹਕੂਮਤ ਆਪ ਜੀ ਦੇ ਪਵਿੱਤਰ ਸਥਾਨਾਂ ਦੀ ਬੇਅਦਬੀ ਕਰ ਰਹੇ ਨੇ ਅਤੇ ਇਹਨਾਂ ਦੇ ਨਾਲ ਸਾਨੂੰ ਜੂਝਣ ਦਾ ਬਲ ਬਖਸ਼ਣਾ। ਬਸ ਅਖੀਰਲੇ ਸ਼ਬਦ ਸੀ, ਜਿੰਨਾ ਚਿਰ ਸਿਰ ਕੌਮ ਦਾ ਘਰ ਨਹੀਂ ਬਣਦਾ, ਬਾਰ-ਬਾਰ ਜਨਮ ਲਵਾਂ। ਭਾਵੇਂ ਗੁਰੂ ਕੇ ਬਚਨ ਹਨ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਉਹ ਪਰਉਪਕਾਰ ਕਰਨ ਵਾਸਤੇ ਅਸੀਂ ਅਰੂਹਾਂ ਆਉਂਦੀਆਂ ਨੇ। ਸਮਾਂ ਮੈਨੂੰ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਹੋਰ ਇਸ ਨੂੰ ਤੁਹਾਡੇ ਨਾਲ ਇਸ ਪਵਿੱਤਰ ਘੱਲੂ ਘਾਰੇ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰ ਸਕਾਂ। ਸਮੇਂ ਸਮੇਂ ਅਨੁਸਾਰ ਹਾਜ਼ਰੀ ਭਰਦੇ ਰਹੀਦਾ ਹੈ। ਇਹੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਉਹਨਾਂ ਮਹਾਂਪੁਰਖਾਂ ਨੇ ਕੀਤੀ ਅਤੇ ਤਕਰੀਬਨ 8:30 ਤੋਂ ਲੈ ਕੇ 9 ਵਜੇ ਦੇ ਵਿੱਚ ਜਿੰਨੇ ਕੁ ਸਿੰਘ ਉੱਥੇ ਮਹਾਂਪੁਰਖਾਂ ਦੇ ਨਾਲ 35-40 ਸਿੰਘ ਨਿਕਲੇ ਬਾਹਰ। 35-40 ਸਿੰਘ ਅਸੀਂ ਨਹੀਂ ਨਿਕਲ ਸਕੇ ਤੇ ਕਿਉਂਕਿ ਜਿਹੜਾ ਮੇਨ ਦਰਵਾਜ਼ਾ ਨਿਕਲਣ ਵਾਲਾ ਪੌੜੀਆਂ ਵਾਲਾ ਸੀ ਉਹ ਬੰਦ ਹੋ ਚੁੱਕਿਆ ਸੀ। ਸਮੇਂ ਦੀ ਹਕੂਮਤ ਦੇ ਟੈਂਕ ਉੱਥੇ ਬੰਬਾਰੀ ਕਰ ਰਹੇ ਸੀ ਤੇ ਮਹਾਂਪੁਰਖ ਪਾਣਾ ਵਰਤਾ ਗਏ, ਸ਼ਹਾਦਤ ਦਾ ਜਾਮ ਪੀਤਾ। ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਉਹਨਾਂ ਨੂੰ ਸਜਦਾ ਕਰਨ ਦੇ ਲਈ, ਇਹ ਬੇਨਤੀ ਕਰਨ ਦੇ ਲਈ ਸੱਚੇ ਪਾਤਸ਼ਾਹ ਕਿਰਪਾ ਕਰਨੀ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਕੇ ਨ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਉਹ ਹਮੇਸ਼ਾ ਅਮਰ ਨੇ ਅਤੇ ਉਸ ਮਹਾਂਪੁਰਸ਼ ਨੇ ਜੋ ਬਚਨ ਆਪਣੇ ਮੁਖ ਤੋਂ ਕਹੇ, ਸੂਰਬੀਰ ਬਚਨ ਕੇ ਬਲੀ, ਕੌਲਾਂ ਬੱਪਰੀ ਸ਼ਾਂਤੀ ਛਲੀ। ਸੋ ਗੁਰੂ ਕਿਰਪਾ ਕਰਨ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਨਮਸਕਾਰ ਅਤੇ ਬੇਨਤੀ ਮਹਾਰਾਜ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਜੀ ਆਪ ਦੀਆਂ ਪਿਆਰੀਆਂ ਗੁਰੂ ਦੀਆਂ ਸਿੱਖ ਸੰਗਤਾਂ ਨੂੰ ਉਦਮ ਬਖਸ਼ਣਾ, ਜਿਸ ਖਿੱਤੇ ਵਿੱਚ ਵੀ ਉਹ ਸੇਵਾ ਨਿਭਾ ਸਕਣ। ਮਹਾਰਾਜ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿੱਥੇ ਜਿੱਥੇ ਵੀ ਮਹਾਰਾਜ ਸੇਵਾ ਮਿਲੇ ਉਹ ਕਰਨ ਦੀ ਸਾਨੂੰ ਬਲਬੁੱਧੀ ਪ੍ਰਦਾਨ ਕਰੋ ਅਤੇ ਉਹਨਾਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਬਲਬੁੱਧੀ ਬਖਸ਼ਿਸ਼ ਕਰੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਜੋ 9ਵੀਂ ਟਕਸਾਲ ਦੇ ਵਿਦਿਆਰਥੀ ਨੇ, ਹਾਂਜੀ, ਸੋ ਨਾਲ ਹੀ ਬੈਠੇ ਨੇ ਭਾਈ ਮਨਜੀਤ ਸਿੰਘ ਜੀ ਵੀ। ਸੋ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ ਵੀ ਆਏ ਨੇ, ਉਹਨਾਂ ਦਾ ਸਾਰਿਆਂ ਦਾ ਹੀ ਧੰਨਵਾਦ ਹੈ। ਬੜੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਵਾਲਾ ਜੀਵਨ ਸਤਿਗੁਰੂ ਜੀ ਹਮੇਸ਼ਾ ਬਣਾਈ ਰੱਖਣ। ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਮੇਰੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ, ਜੋ ਉਹਨਾਂ ਦੀ ਰਚਨਾ ਤੋਂ ਆਪਾਂ ਕੁਝ ਸਮਾਂ ਗੁਰੂ ਕੀ ਬਾਣੀ ਦੀ ਵਿਚਾਰ ਸਰਵਣ ਕਰੀਏ ਜੀ। ਦਾਸ ਦੀ ਇੰਨੀ ਸੇਵਾ ਪ੍ਰਵਾਨ ਕਰਨੀ, ਭੁੱਲਾਂ ਚੁੱਕੇ ਦੀ ਖਿਮਾ ਬਖਸ਼ਣੀ। ਕਾਕਾ ਜਾਪ ਸਿੰਘ, ਆਦ ਸਿੰਘ, ਅਭੈ ਸਿੰਘ, ਹੀਰਾ ਸਿੰਘ ਅਤੇ ਹਰਫਤਿਹ ਸਿੰਘ ਨੂੰ ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੋਂ ਅਸੀਸ ਬਖਸ਼ੋ। ਹਮ ਕੂਕਰ ਤੇਰੇ ਦਰਬਾਰ ਭੌਂਕਾ ਆਗਾ, ਬਦਲ ਪਸਾਰ ਵਾਲਾ ਜੀਵਨ ਬਣਿਆ ਰਹੇ। ਭੁੱਲਾਂ ਚੁੱਕਾਂ ਦੀ ਖਿਮਾ ਗਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਂ ਕਿਰਪਾਲਤਾ ਹੋਈ ਹੈ। ਚੌਵਰ ਛਤਰ ਤਖਤ ਦੇ ਮਾਲਕ ਮਿਹਰਾਂ ਦੇ ਸਾਈਂ ਕਰਨਾ ਦਾਨ ਦੀਨਾ ਬੰਧੂ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਸਾਰੇ ਵਡਭਾਗੀ ਜਨਾਂ ਨੇ ਸੱਜ ਕਰਕੇ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਮੁਖਤਾਰ ਸਿੰਘ ਜੀ ਮੁਖੀ ਜੀ, ਜਿਨ੍ਹਾਂ ਨੂੰ ਅਸੀਂ ਪ੍ਰੇਮ ਨਾਲ ਸਤਿਕਾਰ ਨਾਲ ਕਹਿੰਦੇ ਹਾਂ, ਉਹਨਾਂ ਤੋਂ ਕੁਝ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ, ਬੱਚਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ, ਆਪਣਾ ਸਮਾਂ ਸਫਲਾ ਕੀਤਾ ਹੈ। ਜਿਸ ਘੱਲੂਘਾਰੇ ਦੀ ਵਿਚਾਰ ਆਪ ਜੀ ਨਾਲ ਗੁਰਮੁਖ ਪਿਆਰੇ ਕਰ ਰਹੇ ਸਨ, ਉਹ ਕੌਮ ਉੱਪਰ ਵਾਪਰਿਆ ਹੋਇਆ ਤੀਜਾ ਘੱਲੂਘਾਰਾ ਹੈ। ਇੱਕ ਘੱਲੂਘਾਰਾ ਜਿਹਨੂੰ ਆਪਾਂ ਛੋਟਾ ਘੱਲੂਘਾਰਾ ਕਹਿੰਦੇ ਹਾਂ, ਜਿਸ ਵਿੱਚ ਜ਼ਹੀਆ ਖਾਨ ਤੇ ਲਖਪਤ ਰਾਏ ਨੇ ਇੱਕ ਹੀ ਦਿਨ ਵਿੱਚ 12,000 ਤੋਂ ਉੱਪਰ ਸਿੱਖ ਸ਼ਹੀਦ ਕਰ ਦਿੱਤੇ ਸਨ। ਉਹ ਛੋਟਾ ਘੱਲੂਘਾਰਾ ਆਖਿਆ ਜਾਂਦਾ। ਇੱਕ ਵੱਡਾ ਘੱਲੂਘਾਰਾ ਜਿਸ ਵਿੱਚ 32,000 ਦੇ ਕਰੀਬ ਸਿੱਖ ਇੱਕ ਦਿਨ ਵਿੱਚ ਕਤਲ ਕੀਤੇ ਗਏ। ਇੰਨੀ ਵੱਡੀ ਗਿਣਤੀ ਵਿੱਚ ਸ਼ਹਾਦਤ ਹੋਈ। ਜੱਸਾ ਸਿੰਘ ਆਹਲੂਵਾਲੀਆ ਵਰਗੇ ਗੁਰਮੁਖ ਪਿਆਰੇ ਜਿਹੜੇ ਕੌਮ ਦੇ ਜਥੇਦਾਰ ਸਨ, ਉਸ ਵੇਲੇ ਕਹਿੰਦੇ 32 ਫੱਟ ਉਹਨਾਂ ਨੂੰ ਲੱਗੇ ਸਨ, ਪਰ ਫਿਰ ਵੀ ਉਹ ਸੂਰਮਾ ਕੌਮ ਦੀ ਅਗਵਾਈ ਕਰ ਰਿਹਾ ਸੀ। ਉਹ ਵੱਡਾ ਘੱਲੂਘਾਰਾ ਹੈ। ਇੱਕ ਇਹ ਘੱਲੂਘਾਰਾ ਤੀਸਰਾ ਜਿਹੜਾ ਹਰਿਮੰਦਰ ਸਾਹਿਬ ਉੱਪਰ 1984 ਵਿੱਚ ਸਾਧ ਸੰਗਤ ਦੀ ਫੌਜ ਚੜ੍ਹ ਕੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ, ਗੁਰਧਾਮਾਂ ਦੀ ਬੇਹਰਮਤੀ ਕਰਨ ਵਾਸਤੇ ਆਪਣੇ ਦੇਸ਼ ਵੱਲੋਂ ਕੀਤਾ ਗਿਆ, ਉਹਨੂੰ ਤੀਜਾ ਘੱਲੂਘਾਰਾ ਆਖਿਆ ਜਾਂਦਾ। ਦੇਸ਼ ਦੀ ਆਜ਼ਾਦੀ ਵਾਸਤੇ ਸਿੱਖਾਂ ਨੇ ਬਹੁਤ ਮਾਰਾਂ ਮਾਰੀਆਂ ਔਰ ਬਹੁਤ ਵੱਡੀ ਗਿਣਤੀ 'ਚ ਸਾਧ ਸੰਗਤ ਜੀ ਕੁਰਬਾਨੀਆਂ ਕੀਤੀਆਂ ਹਨ। ਸਾਰੀਆਂ ਕੁਰਬਾਨੀਆਂ ਦੀ ਜਿਹੜੀ ਸਾਰੀਆਂ ਸ਼ਹਾਦਤਾਂ ਦੀ ਲਾਈਨ ਤਾਂ ਬਹੁਤ ਲੰਬੀ ਹੈ। ਅਗਰ ਆਪਾਂ ਮੋਟੇ ਸਿੱਖ ਸ਼ਹੀਦ ਹੋਏ ਵੀ ਗਿਣਾਂਗੇ ਤੇ ਮੀਰ ਮਨੂੰ ਦੇ ਵੇਲੇ 40,000 ਸਿੱਖ ਸ਼ਹੀਦ ਹੋਏ, ਅਬਦਾਲੀ ਦੇ ਵੇਲੇ 60,000 ਸਿੱਖ ਸ਼ਹੀਦ ਹੋਏ, ਅਬਦੁਲ ਸਮਦ ਦੇ ਵੇਲੇ 10,000 ਸਿੱਖ ਸ਼ਹੀਦ ਹੋਇਆ। ਵੱਡੇ ਘੱਲੂਘਾਰੇ 'ਚ 32,000 ਤੇ ਛੋਟੇ ਘੱਲੂਘਾਰੇ 'ਚ ਲਗਭਗ 12,000 ਸਿੱਖ ਸ਼ਹੀਦ ਹੋਇਆ। ਇਹਦੇ ਤੋਂ ਬਿਨਾਂ ਜਿਹੜੀਆਂ ਸ਼ਹੀਦੀਆਂ ਹੋਈਆਂ, ਸਿਰਾਂ ਦੇ ਮੁੱਲ ਪਏ, ਉਹ ਵੱਖਰੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਲਗੀਧਰ ਪਾਤਸ਼ਾਹ ਜੀ ਨੇ ਇਹ ਸਿੱਖ ਕੌਮ ਦੀ ਸਾਜਨਾ ਕੀਤੀ। ਜਿਹੜੇ ਦਰੇ ਖੈਬਰ ਤੋਂ ਆਉਂਦੇ ਸਨ ਚੜ੍ਹ ਕੇ, ਜਿੱਥੋਂ ਤੱਕ ਮਰਜ਼ੀ ਬੇਫਿਕਰੀ ਦੇ ਨਾਲ ਦੇਸ਼ ਨੂੰ ਲੁੱਟ ਕੇ ਲੈ ਜਾਂਦੇ ਸਨ। ਧਨ ਦੌਲਤ ਸੋਨਾ ਚਾਂਦੀ, ਦੇਸ਼ ਦੀਆਂ ਬਹੁ ਬੇਟੀਆਂ ਤੱਕ ਲੈ ਜਾਂਦੇ ਸਨ। ਉਹਨਾਂ ਦਾ ਰਸਤਾ ਸਿੱਖਾਂ ਨੇ ਰੋਕਿਆ। ਆਖਿਰ ਸਾਧ ਸੰਗਤ ਜੀ ਉਹਨਾਂ ਨੂੰ ਫਿਰ ਇਹ ਖਹਿੜਾ ਛੱਡਣਾ ਪਿਆ। ਉਸ ਦੇਸ਼ ਦਾ ਪਤਾ ਲੱਗ ਗਿਆ ਕਿ ਕੋਈ ਕੌਮ ਅਗਲੇ ਬੰਨੇ ਉੱਠ ਖਲੋਤੀ ਹੈ ਜਿਹੜੀ ਅੱਗੋਂ ਸਾਡਾ ਮੁਕਾਬਲਾ ਕਰਦੀ ਹੈ।
ਹੈਰਾਨੀ ਨਾਲ ਤੁਸੀਂ ਆਪਣੀ ਤਵਾਰੀਖ ਪੜ੍ਹੋਗੇ, ਹੈਰਾਨੀ ਨਾਲ ਵੱਡੇ ਘੱਲੂਘਾਰੇ ਤੋਂ 7 ਮਹੀਨੇ ਬਾਅਦ ਜਦੋਂ ਵੱਡਾ ਘੱਲੂਘਾਰਾ ਅਬਦਾਲੀ ਨੇ ਕੀਤਾ ਨਾ, ਇੱਕ ਦਿਨ ਵਿੱਚ 32,000 ਦੇ ਕਰੀਬ ਸਿੱਖ ਮਾਰ ਦਿੱਤਾ ਗਿਆ ਉਹਦੇ ਵੱਲੋਂ। ਇੰਨੀ ਵੱਡੀ ਗਿਣਤੀ ਵਿੱਚ ਸ਼ਹਾਦਤਾਂ ਹੋ ਗਈਆਂ ਤੇ ਅਬਦਾਲੀ ਜਾਂਦਾ ਜਾਂਦਾ ਇਹ ਕਹਿ ਗਿਆ ਸੀ, ਕਹਿੰਦਾ ਵੀ ਲੋ ਹੁਣ 20 ਸਾਲ ਦੀ ਘੱਟੋ ਘੱਟ ਉੱਠ ਸਕਣਗੇ। ਸਾਰੇ ਤਾਂ ਨਹੀਂ ਮੇਰੇ ਤੋਂ ਮਾਰੇ ਗਏ, ਕੁਝ ਬਚ ਗਏ ਨੇ, ਪਰ ਜਿਹੜੇ ਬਚ ਗਏ 20 ਸਾਲ ਤਾਂ ਸਿਰ ਨਹੀਂ ਚੱਕ ਸਕਣਗੇ ਇਹ। ਤੇ ਤੁਸੀਂ ਹੈਰਾਨ ਹੋਗੇ ਸਾਧ ਸੰਗਤ ਜੀ, ਇਸ ਕੌਮ ਦੇ, ਆਪਣੀ ਕੌਮ ਤੇ ਮਾਣ ਕਰੋਗੇ। ਐਸੀ ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਨੂੰ ਸੁਪਿਰਡ ਤੇ ਬਖਸ਼ੀ ਕਿਰਪਾ ਕੀਤੀ। ਉਸੇ ਸਾਲ ਵਿੱਚ ਦੀਵਾਲੀ ਤੇ ਖਾਲਸੇ ਨੇ ਅੰਮ੍ਰਿਤਸਰ ਇਕੱਠ ਕੀਤਾ ਤੇ ਅਬਦਾਲੀ ਕਿਤੇ ਗਿਆ ਨਹੀਂ, ਲਾਹੌਰ ਬੈਠਾ, ਵੱਡਾ ਘੱਲੂਘਾਰਾ ਕਰਕੇ ਤੇ ਲਾਹੌਰ ਬੈਠਾ ਤੇ ਇਹ ਕਹਿ ਰਿਹਾ ਵੀ ਹੁਣ ਸਿੱਖਾਂ ਨੂੰ ਐਸੀ ਮਾਰ ਪਈ ਜਿਹੜੇ 20 ਸਾਲ ਤੱਕ ਇਸ ਮਾਰ ਨੂੰ ਯਾਦ ਰੱਖਣਗੇ। ਇਹਨਾਂ ਦੀ ਜ਼ਰੂਰਤ ਨਹੀਂ ਪਵੇਗੀ 20 ਸਾਲ ਇਹ ਮੇਰੇ ਅੱਗੇ ਅੜਨ, ਇਹ ਸਿਰ ਚੱਕ ਸਕਣ। ਤੇ ਜਦੋਂ ਇਹਨੂੰ ਪਤਾ ਲੱਗਾ ਵੀ ਦੀਵਾਲੀ ਤੇ ਤਾਂ ਅੰਮ੍ਰਿਤਸਰ ਇਕੱਠ ਹੋ ਗਿਆ, ਬੜਾ ਹੈਰਾਨ ਹੋਇਆ। ਇਹਨੇ ਆਖਿਆ ਵੀ ਚਲੋ ਸਿੱਖਾਂ ਉੱਪਰ ਹਮਲਾ ਕੀਤਾ ਜਾਏ। ਇਹ 72 ਘੰਟਿਆਂ ਵਿੱਚ ਲਾਹੌਰ ਤੋਂ ਚੱਲ ਕੇ ਤੇ ਜਿੱਥੇ ਵੱਡਾ ਘੱਲੂਘਾਰਾ ਵਾਪਰਿਆ, 72 ਘੰਟਿਆਂ ਵਿੱਚ ਇਹਨੇ ਜਾ ਕੇ ਜੰਗ ਕਰਕੇ ਤੇ 32,000 ਦੇ ਕਰੀਬ ਸਿੱਖ ਸਾਧ ਸੰਗਤ ਜੀ ਸ਼ਹੀਦ ਕਰ ਦਿੱਤੇ। ਤਾਂ ਜਦੋਂ ਇਹਨੂੰ ਪਤਾ ਲੱਗਾ ਵੀ ਸਿੱਖ, ਮੈਂ ਕਹਿੰਦਾ ਸਾਂ 20 ਸਾਲ ਨਹੀਂ ਉੱਠ ਸਕਦੇ, ਇਹ ਫਿਰ ਦਰਬਾਰ ਸਾਹਿਬ ਇਕੱਠੇ ਹੋ ਗਏ ਤੇ ਇਹਨੇ ਪਹਿਲਾਂ ਸੁਨੇਹਾ ਭੇਜਿਆ। ਇਹਨੇ ਆਖਿਆ ਵੀ ਚਲੋ ਠੀਕ ਹੈ, ਮੈਨੂੰ ਐਂ ਲੱਗਦਾ ਵੀ ਇਹਨਾਂ ਨੂੰ ਮੈਂ ਦਬਾ ਨਹੀਂ ਸਕਾਂਗਾ, ਤੇ ਇੱਕ ਚਿੱਠੀ ਭੇਜੀ, ਮੇਰੇ ਨਾਲ ਬੈਠ ਕੇ ਗੱਲ ਕਰ ਲਓ, ਸੰਧੀ ਕਰ ਲੈਂਦੇ ਆਪਾਂ। ਅੱਗੇ ਉਹ ਸਿੱਖ ਜਰਨੈਲਾਂ ਨੇ ਆਖਿਆ ਵੀ ਹਰਿਮੰਦਰ ਸਾਹਿਬ ਦੇ ਮਲਬੇ ਤੇ ਬੈਠ ਕੇ ਸੰਧੀਆਂ ਨਹੀਂ ਹੁੰਦੀਆਂ, ਅਸੀਂ ਸੰਧੀ ਕਰਾਂਗੇ ਤੇਰੇ ਨਾਲ ਜਦੋਂ ਅਸੀਂ ਆਪਣਾ ਇੱਧਰਲਾ ਹਿਸਾਬ ਬਰਾਬਰ ਕਰ ਲਾਂਗੇ। ਜਦੋਂ ਇਹ ਸੁਣਿਆ ਗਿਆ ਤੇ ਲਾਹੌਰੋਂ ਚੱਲ ਪਿਆ ਅੰਮ੍ਰਿਤਸਰ ਉੱਪਰ ਹਮਲਾ ਕਰਨ ਵਾਸਤੇ। 72 ਘੰਟਿਆਂ 'ਚ ਲਾਹੌਰ ਤੋਂ ਚੱਪੜਚਿੜੀ ਦੇ ਮੈਦਾਨ 'ਚ ਪਹੁੰਚ ਗਿਆ ਸੀ ਤੇ ਇਹ ਸਾਧ ਸੰਗਤ ਜੀ 24 ਘੰਟਿਆਂ 'ਚ ਲਾਹੌਰ ਤੋਂ ਅੰਮ੍ਰਿਤਸਰ ਤੱਕ ਨਹੀਂ ਪਹੁੰਚ ਸਕਿਆ ਤੇ ਅੱਧ 'ਚੋਂ ਮੁੜ ਕੇ ਵਾਪਸ ਮੁੜ ਗਿਆ। ਇੱਕ ਵਾਰ ਇਹਨੇ ਹਮਲੇ ਵਾਸਤੇ ਕੀਤਾ, ਇਹਨੂੰ ਪਤਾ ਲੱਗ ਗਿਆ ਵੀ ਅਸਲ ਵਿੱਚ ਇਹ ਮੇਰੇ ਵੱਸ ਦੀ ਗੱਲ ਨਹੀਂ ਹੈਗੀ। ਉਹ ਕੌਮ ਜਿਹੜੀ ਇੰਨੀ ਬਹਾਦਰੀ ਨਾਲ ਲੜੀ, ਉਹਨੇ ਸਾਧ ਸੰਗਤ ਜੀ 800 ਸਾਲ ਦੀਆਂ ਜੰਮੀਆਂ ਹੋਈਆਂ ਜੜ੍ਹਾਂ, ਤਕਰੀਬਨ 8 ਸਦੀਆਂ ਤੋਂ ਚੱਲਦੇ ਆਉਂਦੇ ਇਹਨਾਂ ਦੇ ਰਾਜ ਦੀਆਂ ਜੜ੍ਹਾਂ ਪੱਟ ਕੇ ਰੱਖ ਦਿੱਤੀਆਂ। ਐਸੀ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਹੋਈ। ਫਿਰ ਇਹ ਗਏ ਛੱਡ ਕੇ, ਇਹ ਗਏ, ਥੋੜ੍ਹੀ ਦੇਰ ਲਈ ਖਾਲਸੇ ਦਾ ਝੰਡਾ ਝੂਲਿਆ, ਰਾਜ ਆਇਆ, ਬਹੁਤ ਚੜ੍ਹਦੀ ਕਲਾ ਵਾਲਾ ਹਲੇਮੀ ਰਾਜ। ਗਦਾਰਾਂ ਦਾ ਕਰਕੇ ਉਹ ਚਲੇ ਗਿਆ। ਫਿਰ ਅੰਗਰੇਜ਼ ਆ ਗਏ, ਅੰਗਰੇਜ਼ ਆਏ, ਸਿੱਖਾਂ ਉੱਪਰ ਫਿਰ ਉਹੀ ਦੌਰ ਸ਼ੁਰੂ ਹੋ ਗਿਆ, ਉਹੀ ਕੰਮ। ਫਿਰ 121 ਬੰਦਿਆਂ ਨੂੰ ਉਹਨਾਂ ਨੇ ਫਾਂਸੀ ਦਿੱਤੀ ਤੇ 97 ਉਹਦੇ ਚੋਂ ਸਿੱਖ ਸੀ, ਸਿੱਖ। ਇਹ ਹੁਣ ਉਹ ਦੂਜਾ ਦੌਰ ਸ਼ੁਰੂ ਹੋ ਗਿਆ, ਉਹ ਮੁਗਲ ਚਲੇ ਗਏ ਆ, ਹੁਣ ਅੰਗਰੇਜ਼ ਆ ਗਏ। ਬਾਜਵੰਦ ਘਾਟ ਤੇ 121 ਬੰਦਿਆਂ ਨੂੰ ਗੋਲੀ ਮਾਰੀ ਗਈ, 67 ਉਹਦੇ ਵਿੱਚੋਂ ਸਿੱਖ ਸਨ। ਕਾਲੇ ਪਾਣੀ ਦੀ ਸਜ਼ਾ 2646 ਬੰਦਿਆਂ ਨੂੰ ਹੋਈ, 2200 ਤੇ 97, 3 ਘੱਟ 2300 ਉਹਦੇ ਵਿੱਚੋਂ ਸਿਰਫ ਸਿੱਖ ਸਨ। ਇੰਨੀ ਵੱਡੀ ਕੁਰਬਾਨੀ ਇਹਨਾਂ ਸਿੱਖਾਂ ਦੀ ਹੈ। 1300 ਦੇ ਕਰੀਬ ਜਲਿਆਂਵਾਲੇ ਬਾਗ ਬੰਦਾ ਮਾਰਿਆ ਗਿਆ, 700 ਤੇ 99 ਦੇ ਚੋਂ ਸਿਰਫ ਸਿੱਖ ਸਨ। 97 ਬੰਦਿਆਂ ਨੂੰ ਅਡਾਇਆ ਗਿਆ ਕੂਕਿਆਂ ਦੇ ਵੇਲੇ ਤੇ 97 ਦੇ 97 ਸਿੱਖ। ਅਕਾਲੀ ਲਹਿਰ ਵੇਲੇ 500 ਬੰਦੇ ਦੀ ਸ਼ਹੀਦੀ ਹੋਈ, 500 ਤੋਂ ਉੱਪਰ ਹੋਈ, ਪਰ ਮੋਟੇ ਦੀ ਗਿਣਤੀ 500 ਕੀਤੀ ਗਈ ਤੇ 500 ਦਾ 500 ਹੀ ਸਿੱਖ ਸੀ। ਇੰਨੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਜਾ ਕੇ ਤੇ ਫਿਰ ਦੇਸ਼ ਆਜ਼ਾਦ ਹੁੰਦਾ। ਫਿਰ ਉਹਨਾਂ ਨੂੰ ਕੱਢਿਆ ਇੱਥੋਂ, ਫਿਰ ਦੇਸ਼ ਆਜ਼ਾਦ ਹੋ ਗਿਆ। ਆਜ਼ਾਦੀ ਵੇਲੇ ਵੀ ਬਿਲਕੁਲ ਸਿੱਖਾਂ ਦੀ ਹਿੱਕ ਤੇ ਲਕੀਰ ਵਾਹੀ ਗਈ। ਪੰਜਾਬ ਦੇ 2 ਟੋਟੇ ਕੀਤੇ ਗਏ, ਤਕਰੀਬਨ 25 ਲੱਖ ਸਿੱਖ ਦਾ ਉਜਾੜਾ ਹੋਇਆ, ਜਿਹੜੇ ਆਪਣੀਆਂ ਜ਼ਮੀਨਾਂ, ਜਾਇਦਾਦਾਂ, ਮੱਝਾਂ, ਗਾਵਾਂ, ਇੱਥੋਂ ਤੱਕ ਵੀ ਆਪਣੇ ਕਈ ਪਰਿਵਾਰ ਦੇ ਜੀਆਂ ਨੂੰ ਉੱਥੇ ਛੱਡ ਕੇ ਆ ਗਏ। ਉਸ ਉਜਾੜੇ ਵਿੱਚ ਵੱਡਾ ਨੁਕਸਾਨ ਹੋਇਆ ਸਿੱਖਾਂ ਦਾ। ਹਜ਼ਾਰਾਂ ਦੀ ਗਿਣਤੀ 'ਚ ਕਤਲੋਗਾਰਤ ਹੋਈ। ਤਕਰੀਬਨ 200 ਦੇ ਕਰੀਬ ਗੁਰਧਾਮ ਆਪਣੇ ਉੱਧਰ ਰਹਿ ਗਏ, ਜਿਨ੍ਹਾਂ ਦੇ ਸਿੱਖ ਸਾਧ ਸੰਗਤ ਜੀ ਦੋਵੇਂ ਵੇਲੇ ਅਰਦਾਸ 'ਚ ਬੇਨਤੀ ਕਰਦੇ, ਖੁੱਲੇ ਦਰਸ਼ਨ ਦਿਦਾਰੇ ਬਖਸ਼ੋ। ਇੰਨਾ ਵੱਡਾ ਨੁਕਸਾਨ ਕਰਾਉਣ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲ ਗਈ, ਪਰ ਸਿੱਖਾਂ ਨੂੰ ਨਹੀਂ। ਦੇਸ਼ ਨੂੰ ਮਿਲੀ ਆਜ਼ਾਦੀ 1947 'ਚ ਦੇਸ਼ ਆਜ਼ਾਦ ਹੋਇਆ ਤੇ 2.5 ਮਹੀਨਿਆਂ ਬਾਅਦ ਚੰਦੂ ਲਾਲ ਤ੍ਰਿਵੇਦੀ ਇੱਕ ਸਰਕੂਲਰ ਜਾਰੀ ਕਰਦਾ ਸਾਰੇ ਡੀਸੀਆਂ ਨੂੰ, ਭਈ ਇਹ ਜਿਹੜੀ ਸਿੱਖ ਕੌਮ ਹੈ ਇਹ ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਤੇ ਨਜ਼ਰ ਰੱਖੀ ਜਾਏ, ਇਹਨਾਂ ਦੀ ਧੌਣ ਤੇ ਗੋਡਾ ਰੱਖਿਆ ਜਾਏ। ਇਸ ਕਰਕੇ ਇਹਨਾਂ ਨਾਲ ਕੋਈ ਵੀ ਸਹੂਲਤ ਦੀ ਗੱਲ
ਨਹੀਂ ਕੀਤੀ ਜਾਣੀ। ਇਹ ਤੋਹਫਾ ਮਿਲਿਆ ਆਜ਼ਾਦੀ ਦੇ। ਇੰਨੀਆਂ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਦੇਸ਼ ਨੂੰ ਆਜ਼ਾਦ ਕਰਵਾਉਣ ਦਾ 2.5 ਮਹੀਨਿਆਂ ਬਾਅਦ ਸਿੱਖਾਂ ਨੂੰ ਤੋਹਫਾ ਮਿਲ ਗਿਆ। ਇੰਨੀਆਂ ਵੱਡੀਆਂ ਕੁਰਬਾਨੀਆਂ। ਇਹ ਮੈਂ ਤਾਂ ਬੇਨਤੀ ਕਰ ਰਿਹਾ ਕਿਉਂਕਿ ਗੁਰਮੁਖ ਪਿਆਰੇ ਤੁਹਾਡੇ ਨਾਲ ਵਿਚਾਰ ਤੀਜੇ ਘੱਲੂਘਾਰੇ ਦੀ ਕਰ ਰਹੇ ਸੀ। ਜਿਹੜਾ ਹਰਿਮੰਦਰ ਸਾਹਿਬ ਵਿੱਚ ਸਾਧ ਸੰਗਤ ਜੀ ਸਿੱਖਾਂ ਨੇ ਮੁਕਾਬਲਾ ਕੀਤਾ। ਦੁਨੀਆ ਦੀ ਉਸ ਵੇਲੇ ਦੀ ਵੱਡੀ ਤੀਜੀ ਚੌਥੀ ਤਾਕਤ ਲੋਕ ਕਹੀ ਜਾਂਦੇ ਸੀ ਵੀ ਇਹ ਫੌਜੀ ਤਾਕਤ ਹੈ, ਇੰਨੀ ਵੱਡੀ ਤਾਕਤ ਹੈ। ਪਰ ਤਾਕਤ ਨਹੀਂ ਗੱਲ ਹੁੰਦੀ। ਗੱਲ ਹੁੰਦੀ ਵੀ ਮਹਾਰਾਜ ਦੀ ਕਿਰਪਾ ਕਿਹੜੇ ਪਾਸੇ ਹੈ। ਗੁਰੂ ਦੀ ਕਿਰਪਾ ਨੇ ਲੜਨਾ ਹੁੰਦਾ ਅਸਲ ਵਿੱਚ, ਮਹਾਰਾਜ ਦੀ ਕਿਰਪਾ ਨੇ। ਜਦੋਂ ਬਾਬੇ ਬੰਦੇ ਬਹਾਦਰ ਨੇ ਸਾਧ ਸੰਗਤ ਜੀ ਹਮਲਾ ਕੀਤਾ ਨਾ ਸਰਹੰਦ ਦੇ ਉੱਪਰ, ਤੇ ਉਹਦੇ ਨਾਲ ਵਜੀਦੇ ਦਾ ਭਤੀਜਾ ਜਾ ਕੇ ਰਲ ਗਿਆ 1000 ਘੋੜਸਵਾਰ ਲੈ ਕੇ। ਤੇ ਬਾਕੀ ਦੇ ਨਾਲ ਦੇ ਬਾਬਾ ਕਾਹਨ ਸਿੰਘ ਉਹਨਾਂ ਨੇ ਆਖਿਆ ਵੀ ਬਾਬਾ ਜੀ ਤੁਸੀਂ ਜਰਨੈਲ ਜੇ, ਪਰ ਇਹ ਬੰਦਾ ਦੁਸ਼ਮਣਾਂ ਦਾ। ਇਹ 1000 ਬੰਦਾ ਆਣ ਕੇ ਲੜ ਗਿਆ। ਪਤਾ ਨਹੀਂ ਆਪਣੇ ਵੱਲੋਂ ਲੜੇ ਨਾ ਲੜੇ। ਉਹਨੇ ਆਣ ਕੇ ਆਖਿਆ ਵੀ ਮੇਰੀ ਨੂੰ ਉਹਦੇ ਬਣਦੀ, ਮੈਂ ਤੁਹਾਡੇ ਫੌਜ ਚ ਆਉਣਾ ਚਾਹੀਦਾ। ਬਾਬੇ ਬੰਦੇ ਨੇ ਆਖਿਆ ਕੋਈ ਗੱਲ ਨਹੀਂ, ਤੁਸੀਂ ਸਿਰਾਂ ਦੀ ਗਿਣਤੀ ਇੱਕ ਵਾਰ ਵਿਖਾਉਣ ਦਿਓ, ਮੈਨੂੰ ਪਤਾ ਇਹਨੇ ਭੱਜ ਜਾਣਾ ਲੜਾਈ ਲੱਗੀ ਤੋਂ। ਇਹ ਕਿਸੇ ਸਕੀਮ ਨਾਲ ਆਇਆ, ਪਰ ਕੋਈ ਨਹੀਂ, ਇੱਕ ਵਾਰੀ ਇਹਨੂੰ ਤੁਸੀਂ ਆਉਣ ਦਿਓ। ਏਦਾਂ ਹੀ ਹੋਇਆ ਸੀ। ਜਦੋਂ ਜੰਗ ਮੱਚ ਗਿਆ ਉਦੋਂ ਆਪਣਾ 1000 ਬੰਦਾ ਲੈ ਕੇ ਭੱਜ ਗਿਆ ਸੀ। ਉਹਦਾ ਮਤਲਬ ਹੁੰਦਾ ਵੀ ਭੱਜਦਾ ਇੱਕ ਵਾਰੀ ਮੱਚ ਜਾਵੇ ਤੇ ਫੌਜ ਦਾ ਹੌਸਲਾ ਡਿੱਗ ਪੈਂਦਾ। ਪਰ ਇਹ ਸਿੱਖ ਫੌਜ ਸੀ, ਸਿੱਖ ਫੌਜ। ਇਹ ਆਮ ਗੱਲ ਨਹੀਂ ਸੀ। ਇਹ ਬੜੇ ਵਿਦਵਾਨਾਂ ਦੇ ਬੜੇ ਕੀਮਤੀ ਬੋਲ ਕਹਿੰਦੇ, ਹਿੰਦੁਸਤਾਨੀਓ ਸੁਣੋ ਜੱਗ ਉੱਤੇ ਸਿੱਖਾਂ ਜਏ ਨਹੀਂ ਤੁਹਾਨੂੰ ਵਫਾਦਾਰ ਲੱਭਣੇ, ਸਿੱਖਾਂ ਜਏ ਨਹੀਂ ਤੁਹਾਨੂੰ ਭਰਾ ਲੱਭਣੇ, ਸਿੱਖਾਂ ਜਏ ਨਹੀਂ ਤੁਹਾਨੂੰ ਯਾਰ ਲੱਭਣੇ। ਲਹੂ ਦੇਸ਼ ਦੀ ਤੁਹਾਡੇ ਤੋਂ ਵੱਧ ਡੋਲਣ ਐਸੇ ਸਿੱਖਾਂ ਜਏ ਨਹੀਂ ਸਿਪਾਹ ਸਲਾਰ ਲੱਭਣੇ। ਜਾਨਾਂ ਆਪ ਦੇਣ ਤੇ ਰਾਜ ਦੇਣ ਤੁਹਾਨੂੰ। ਕਹਿੰਦਾ ਜਾਨਾਂ ਆਪ ਵਾਰਨ ਰਾਜ ਦੇਣ ਤੁਹਾਨੂੰ। ਐਸੇ ਕਮਲੇ ਨਹੀਂ ਤੁਹਾਨੂੰ ਸਰਦਾਰ ਲੱਭਣੇ। ਛਾਤੀਆਂ ਤਾਣ ਕੇ ਹੱਥਾਂ ਤੇ ਰਹੇ ਖੜੇ, ਸਿੱਖਾਂ ਵਰਗੇ ਨਹੀਂ ਪਹਿਰੇਦਾਰ ਲੱਭਣੇ। ਸੁਣੋ ਹਿੰਦੁਸਤਾਨੀਓ ਜਾਗ ਉੱਤੇ ਸਿੱਖਾਂ ਵਰਗੇ ਨਹੀਂ ਤੁਹਾਨੂੰ ਵਫਾਦਾਰ ਲੱਭਣੇ। ਇੰਨੀ ਵੱਡੀ ਵਫਾਦਾਰੀ ਸਿੱਖਾਂ ਨੇ ਸਾਧ ਸੰਗਤ ਜੀ ਵਿਖਾਲੀ ਆ। ਤੇ ਪਰ ਮਿਲਿਆ ਕਿ ਪਰ ਇਹ ਜਰਾਨ ਪੇਸ਼ਾ ਕੌਮ ਹੈ, ਇਹਨਾਂ ਤੇ ਤਿੱਖੀ ਨਜ਼ਰ ਰੱਖੀ ਜਾਏ। 1953 ਵਿੱਚ ਹੱਦਬੰਦੀ ਹੋਈ ਸੂਬਿਆਂ ਦੀ। 47 ਚ ਦੇਸ਼ ਆਜ਼ਾਦ ਹੋਇਆ, 53 ਚ ਹੱਦਬੰਦੀ ਹੋ ਗਈ। ਸਾਰੇ ਬੋਲੀ ਦੇ ਆਧਾਰ ਤੇ ਸੂਬੇ ਬਣਾ ਦਿੱਤੇ ਗਏ। ਜਦੋਂ ਸਿੱਖਾਂ ਨੇ ਗੱਲ ਕੀਤੀ ਕਿ ਸਾਨੂੰ ਪੰਜਾਬੀ ਸੂਬਾ ਚਾਹੀਦਾ, ਤੇ ਉਹਨਾਂ ਨੇ ਪੰਜਾਬੀ ਸੂਬਾ ਦੇਣਾ ਤਾਂ ਦੂਰ ਦੀ ਗੱਲ ਸੀ, ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਪਾਬੰਦੀ ਲਾਤੀ। ਤੁਹਾਨੂੰ ਪਤਾ 11 ਸਾਲ ਦਾ ਇੰਦਰਜੀਤ ਸਿੰਘ ਸਕੂਲੋਂ ਆਉਂਦਿਆਂ 11 ਸਾਲ ਦਾ ਬੱਚਾ ਕਿਤੇ ਸੁਣ ਲਿਆ ਉਹਨੇ ਆਉਂਦੇ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿਤਾ। ਇੰਨੀ ਸੋਟੀਆਂ ਦੀ ਮਾਰ ਕੇ ਖੂਹ 'ਚ ਸੁੱਟ ਕੇ ਮਾਰ ਦਿੱਤਾ 11 ਸਾਲ ਦਾ ਬੱਚਾ ਕਿ ਪੰਜਾਬੀ ਸੂਬਾ ਜਿੰਦਾਬਾਦ ਤੂੰ ਕਿਵੇਂ ਕਹਿ ਸਕਦਾ। ਪੰਜਾਬੀ ਸੂਬਾ ਮੁਰਦਾਬਾਦ ਦੇ ਤਾਂ ਜਲੂਸ ਨਿਕਲ ਰਹੇ ਆ, ਕਿਸੇ ਨੂੰ ਨਹੀਂ ਪੁੱਛਿਆ ਜਾ ਰਿਹਾ, ਪਰ ਪੰਜਾਬੀ ਸੂਬਾ ਜਿੰਦਾਬਾਦ ਕੋਈ ਨਹੀਂ ਕਹਿ ਰਿਹਾ। 1955 ਆ ਗਿਆ। DIG ਅਸ਼ਵਨੀ ਕੁਮਾਰ ਪਹਿਲੀ ਵਾਰ ਆਜ਼ਾਦੀ ਤੋਂ ਬਾਅਦ ਹਰਿਮੰਦਰ ਸਾਹਿਬ ਵਿੱਚ ਪੁਲਿਸ ਲੈ ਕੇ ਆਇਆ। ਸੈਂਕੜੇ ਦੀ ਗਿਣਤੀ 'ਚ ਸਿੱਖ ਸ਼ਹੀਦ ਹੋਏ, 500 ਤੋਂ ਉੱਪਰ ਗ੍ਰਿਫਤਾਰੀਆਂ ਹੋਈਆਂ। ਬੂਟਾ ਸਣੇ ਪ੍ਰਕਰਮਾਂ ਵਿੱਚ ਪੁਲਿਸ ਆਈ। ਉਦੋਂ ਇਹ ਆਜ਼ਾਦੀ ਤੋਂ ਬਾਅਦ ਬੇਅਦਬੀ ਵਾਲਾ ਕੰਮ ਕੀਤਾ ਗਿਆ। ਫਿਰ 1966 ਆ ਗਿਆ। ਲੜਦਿਆਂ ਪੰਜਾਬੀ ਸੂਬੇ ਵਾਸਤੇ ਵੀ ਤੁਸੀਂ ਸਾਰੇ ਦੇਸ਼ ਨੂੰ ਜਦੋਂ ਬੋਲੀ ਦੇ ਆਧਾਰ ਤੇ ਦੇ ਦਿੱਤੇ ਸੂਬੇ, ਤੇ ਸਾਨੂੰ ਵੀ ਸਾਡਾ ਪੰਜਾਬੀ ਸੂਬਾ ਦਿਓ। ਹਾਲਾਂਕਿ ਗੱਲ ਤਾਂ ਇਹ ਕੀਤੀ ਗਈ ਸੀ ਵੰਡ ਵੇਲੇ ਵੀ ਤੁਸੀਂ ਵੀ ਇੱਕ ਖਿੱਤੇ ਵਿੱਚ ਆਜ਼ਾਦੀ ਦਾ ਨਿੱਘ ਮਾਣ ਸਕੋਗੇ, ਤੁਹਾਨੂੰ ਵੀ ਆਜ਼ਾਦੀ ਦਾ ਓਨਾ ਹੀ ਆਨੰਦ ਆਵੇਗਾ ਜਿੰਨਾ ਬਾਕੀ ਦੇਸ਼ ਆਜ਼ਾਦ ਹੋ ਕੇ ਸੁਖ ਲਵੇਗਾ। ਤੇ ਪਰ ਕਹਿੰਦੇ ਆਪਣਾ ਇਤਿਹਾਸ ਸਾਡੀ ਤਵਾਰੀਖ ਕਹਿੰਦੀ ਹੈ ਗੁਰਮੁਖੋ, ਜਦੋਂ ਆਜ਼ਾਦੀ ਤੋਂ ਬਾਅਦ ਜਾ ਕੇ ਆਖਿਆ ਵੀ ਸਾਡਾ ਹਿੱਸਾ ਸਾਡੇ ਹੱਕ, ਉਹਨਾਂ ਦਾ ਸਰਦਾਰ ਜੀ ਸਮਾਂ ਬਦਲ ਚੁੱਕਾ, ਹੁਣ ਨਹੀਂ। ਬਸ ਹੁਣ ਤੁਹਾਨੂੰ ਜਿਵੇਂ ਕਹਿ ਰਹੇ ਇਵੇਂ ਆਪਣਾ ਸਮਾਂ ਪਾਸ ਕਰੋ ਤੁਸੀਂ। 1966 ਵਿੱਚ ਜਿਵੇਂ ਕਿਵੇਂ ਕਰਕੇ ਤੇ ਆਪਾਂ ਨੂੰ ਪੰਜਾਬੀ ਸੂਬਾ ਦਿੱਤਾ ਗਿਆ। ਉਹਦੇ ਵਿੱਚੋਂ ਪੰਜਾਬੀ ਬੋਲਦੇ ਇਲਾਕੇ ਬਾਹਰ ਕਰਤੇ, ਅੰਬਾਲਾ ਬਾਹਰ ਕਰ ਦਿੱਤਾ, ਸਰਸਾ ਬਾਹਰ ਕਰ ਦਿੱਤਾ, ਗੰਗਾਨਗਰ ਬਾਹਰ ਕਰ ਦਿੱਤਾ, ਹਰਿਆਣਾ ਵੱਖਰਾ ਕੱਢਿਆ, ਹਿਮਾਚਲ ਵੱਖ ਕੱਢ ਕੇ ਤੇ ਪੰਜਾਬੀ ਸੂਬਾ ਨਹੀਂ ਦਿੱਤੀ ਸਿਰਫ ਪੰਜਾਬੀ ਸੂਬੀ। ਉਹ ਵੀ ਬਹੁਤ ਜ਼ਿਆਦੀਆਂ ਕੁਰਬਾਨੀਆਂ ਤੋਂ ਬਾਅਦ ਜਾ ਕੇ ਇੰਨਾ ਸਾਧ ਸੰਗਤ ਜੀ ਆਪਾਂ ਨੂੰ ਮਿਲ ਸਕਿਆ। ਚੱਲੀ ਗਿਆ ਜੀ, ਚਲੋ ਫਿਰ ਵੀ ਸਿੱਖ ਉਹਨੇ 'ਚ ਸਬਰ ਕਰਕੇ ਬੈਠੇ ਆ। 1975 ਵਿੱਚ ਐਮਰਜੈਂਸੀ ਲਾ ਦਿੱਤੀ ਜਾਂਦੀ ਹੈ ਦੇਸ਼ ਦੀ ਪ੍ਰਧਾਨ ਮੰਤਰੀ ਵੱਲੋਂ। ਲਾਈ ਕਿਉਂ ਹੈ? ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਤੋਂ ਬਚਣ ਵਾਸਤੇ ਦੇਸ਼ 'ਚ ਐਮਰਜੈਂਸੀ ਲੱਗੀ। ਕਿਤੇ 4 ਬੰਦੇ ਇਕੱਠੇ ਨਹੀਂ ਹੋ ਸਕਦੇ, ਕਿਸੇ ਵੱਲੋਂ ਲਿਖਿਆ ਨਹੀਂ ਜਾ ਸਕਦਾ, ਕਿਸੇ ਵੱਲੋਂ ਬੋਲਿਆ ਨਹੀਂ ਜਾ ਸਕਦਾ, ਕੋਈ ਜਲੂਸ ਨਹੀਂ ਕੱਢਿਆ ਜਾ ਸਕਦਾ। ਪੂਰੇ ਦੇਸ਼ ਵਿੱਚ ਇਸ ਐਮਰਜੈਂਸੀ ਦਾ ਅਗਰ ਵਿਰੋਧ ਕੀਤਾ ਤੇ ਸਿਰਫ ਸਿੱਖਾਂ ਨੇ ਕੀਤਾ। ਸਿੱਖਾਂ ਨੇ ਡਟ ਕੇ ਐਮਰਜੈਂਸੀ ਦਾ ਸਾਧ ਸੰਗਤ ਜੀ ਵਿਰੋਧ ਕੀਤਾ। ਸਬਕ ਸਿਖਾਉਣ ਵਾਸਤੇ ਇਹਨਾਂ ਨੂੰ 1978 ਦਾ
ਕਾਂਡ ਕੀਤਾ ਗਿਆ। ਕੀ ਕੀਤਾ ਜੀ ਉਹਨਾਂ ਨੇ? ਵਿਸਾਖੀ ਵਾਲਾ ਦਿਨ 1978 ਨਿਰੰਕਾਰੀ ਮੁਖੀ ਇਹ ਕਹਿੰਦਾ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਵਿਸਾਖੀ ਵਾਲੇ ਦਿਨ ਮੈਂ ਇੱਕ ਸਮਾਗਮ ਕਰਕੇ ਤੇ 7 ਸਿਤਾਰੇ ਸਾਜਾਂਗਾ। ਕਿਉਂ? ਕਿਉਂਕਿ ਕਲਗੀਧਰ ਪਾਤਸ਼ਾਹ ਨੇ 5 ਪਿਆਰੇ ਸਾਜੇ, ਤੇ ਜੇ ਮਹਾਰਾਜ ਨੇ 5 ਪਿਆਰੇ ਸਾਜੇ ਆ ਤੇ ਮੈਂ ਕਿਸੇ ਨਾਲੋਂ ਘੱਟ ਨਹੀਂ, ਕਿਉਂਕਿ ਮੈਂ ਵੀ ਇਸ ਵੇਲੇ ਗੁਰੂ ਆ, ਤਾਂ ਮੈਂ 7 ਸਿਤਾਰੇ ਸਾਜਾਂਗਾ। ਉਸ ਵੇਲੇ ਸਾਧ ਸੰਗਤ ਜੀ ਫਿਰ ਤੁਸੀਂ ਐਵੇਂ ਕਹੋ ਭਈ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦਾ ਜੋ ਇਤਿਹਾਸ ਗੁਰਮੁਖ ਪਿਆਰੇ ਤੁਹਾਨੂੰ ਦੱਸ ਰਹੇ ਸੀ, ਵਿਸ਼ੇਸ਼ ਤੌਰ ਤੇ ਉਹਦਾ ਮੁੱਢ ਵੱਜਾ। ਹਾਲਾਂਕਿ ਇਹ ਸ਼ੁਰੂਆਤ ਉਦੋਂ ਹੀ ਹੋ ਗਈ ਜਦੋਂ ਸਿੱਖਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਨਗਰ ਕੀਰਤਨ ਕੱਢੇ, ਜਿੱਥੇ ਸਰਕਾਰ ਕਹਿੰਦੀ ਸੀ 4 ਬੰਦੇ ਇਕੱਠੇ ਨਹੀਂ ਹੋ ਸਕਦੇ, ਉੱਥੇ ਹਜ਼ਾਰਾਂ ਦਾ ਇਕੱਠ ਕਰਕੇ ਤੇ ਪਿੰਡ ਵਿੱਚ ਪ੍ਰਚਾਰ ਕਰਕੇ ਦੱਸਿਆ ਗਿਆ ਭਾਈ ਆਪਾਂ ਆਜ਼ਾਦੀ ਲੈਣੀ ਆ, ਆਪਾਂ ਗੁਲਾਮ ਆ। ਗੁਰਮਤਿ ਦਾ ਪ੍ਰਚਾਰ ਕੀਤਾ ਗਿਆ। ਥੋੜਾ ਉਦੋਂ ਹੋ ਗਿਆ ਜਦੋਂ ਦਿੱਲੀ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਪ੍ਰਧਾਨ ਮੰਤਰੀ ਦੇ ਮੂੰਹ ਤੇ ਆਖਿਆ, ਜਦੋਂ ਕਹਿੰਦੀ ਕਿ ਜਿਹੜੇ ਤਖਤ ਤੋਂ ਸਿੱਖਾਂ ਨੂੰ ਕਤਲ ਕਰਨ ਦੇ ਹੁਕਮਨਾਮੇ ਜਾਰੀ ਹੁੰਦੇ ਸੀ, ਅੱਜ ਉਹ ਤਖਤਨਾਮੇ ਪਾਤਸ਼ਾਹ ਜੀ ਨੂੰ ਮੱਥਾ ਟੇਕਣ ਵਾਸਤੇ ਆਇਆ ਤੇ ਬਹੁਤ ਲੋਕ ਉੱਠ ਕੇ ਉਹਦਾ ਸਤਿਕਾਰ ਕਰਨ ਲੱਗ ਪਏ। ਸੰਤ ਬਾਬਾ ਕਰਤਾਰ ਸਿੰਘ ਜੀ ਨੇ ਆਖਿਆ ਫਿਰ ਕੀ ਹੋ ਗਿਆ, ਜੋ ਤਖਤ ਮੱਥਾ ਟੇਕਣ ਆਇਆ, ਇਸ ਤਖਤ ਉੱਤੇ ਬੀਬੀ ਬੈਠੀ ਤਾਂ ਜੇ ਨਾਵੇਂ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ ਹੈ, ਤੇ ਅਗਰ ਨਾਵੇਂ ਪਾਤਸ਼ਾਹ ਕੁਰਬਾਨੀ ਨਹੀਂ ਦਿੰਦੇ ਤੇ ਇਹ ਬੀਬੀ ਤਖਤ ਤੇ ਕਦੇ ਨਾ ਬਹਿੰਦੀ। ਜਿੰਨੇ ਸਰੀਰ ਤੇ ਰੋਮ ਹੈ ਇੰਨੀ ਵਾਰ ਆਪਣਾ ਸਿਰ ਕੱਟ ਕੇ ਨਾਵੇਂ ਪਾਤਸ਼ਾਹ ਜੀ ਨੂੰ ਦੇ ਦੇਣ ਤੇ ਇਹ ਫਿਰ ਵੀ ਮਹਾਰਾਜ ਦਾ ਇਹ ਆਸਾਨ ਨਹੀਂ ਲਾ ਸਕਦੇ। ਤੇ ਜੇ ਤਖਤ ਮੱਥਾ ਟੇਕਣ ਆਇਆ ਤਾਂ ਫਿਰ ਕੀ ਹੋ ਗਿਆ? ਉੱਥੋਂ ਥੋੜੀ ਸ਼ੁਰੂਆਤ ਹੋ ਗਈ ਹੈ। 78 ਵਿੱਚ ਸਾਧ ਸੰਗਤ ਜੀ ਫਿਰ ਉਹ ਵੱਡਾ ਕਾਂਡ ਹੋ ਗਿਆ। ਪੂਰਾ ਯਤਨ ਕੀਤਾ ਗਿਆ ਵੀ ਇਹ ਸਮਾਗਮ ਜਿਹੜਾ ਕਿਸੇ ਤਰ੍ਹਾਂ ਅੰਮ੍ਰਿਤਸਰ ਦੀ ਧਰਤੀ ਤੇ ਹੋਵੇ ਨਾ, ਇਹਨੂੰ ਰੋਕ ਦਿੱਤਾ ਜਾਵੇ। ਜੋ ਕੁਝ ਕਰ ਸਕਦੇ ਸੀ ਸ਼ਾਂਤਮਈ ਤਰੀਕੇ ਨਾਲ ਉਹ ਮਹਾਂਪੁਰਸ਼ਾਂ ਨੇ ਸਾਧ ਸੰਗਤ ਜੀ ਕੀਤਾ, ਪਰ ਨਹੀਂ ਮੰਨੇ। ਇੱਥੋਂ ਤੱਕ ਵੀ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ ਕਿ ਉਮਰਾਂ ਨੰਗਲ ਉਸ ਵੇਲੇ ਸਾਧ ਸੰਗਤ ਜੀ ਕੈਬਨਿਟ ਮੰਤਰੀ ਸੀ, ਮਿਨਿਸਟਰ ਸੀ, ਉਹਨੂੰ ਆਖਿਆ ਗਿਆ, ਉਹਨੇ ਵੀ ਅੱਗੇ ਜਵਾਬ ਦੇ ਦਿੱਤਾ। ਸਮਾਗਮ ਹੋ ਗਿਆ ਜੀ, ਸਮਾਗਮ ਹੋਇਆ, ਅਰਦਾਸ ਕਰਕੇ ਤੇ ਸੰਗਤਾਂ ਜਿਹੜੀਆਂ ਸ਼ਾਂਤਮਈ ਤਰੀਕੇ ਨਾਲ ਉਹ ਰੋਕਣ ਵਾਸਤੇ ਜਾ ਰਹੀਆਂ ਸਨ ਤੇ ਉੱਥੇ ਗੋਲੀ ਚੱਲੀ। ਜੰਗਵਾ ਕਹਿੰਦੇ ਆ ਕਿ ਉਹ ਉਸ ਮਤ ਨੂੰ ਮੰਨਣ ਵਾਲਾ ਸੀ, ਉਹ ਕੰਟਰੋਲ ਕਰਦਾ ਪਿਆ ਸੀ, ਕਿਉਂਕਿ ਉਸ ਮਤ ਨੂੰ ਮੰਨਦਾ ਪਿੱਛੋਂ ਹੱਲਾ ਸ਼ੇਰੀ ਸੀ। ਇਸ ਕਰਕੇ ਸਤਨਾਮ ਵਾਹਿਗੁਰੂ ਕਰਦੀਆਂ ਸੰਗਤਾਂ ਦੇ ਉੱਪਰ ਗੋਲੀਆਂ ਮਾਰੀਆਂ ਗਈਆਂ ਤਾਂ 13 ਸਿੰਘ ਜਿਹੜੇ ਸੀ ਉੱਥੇ ਬਹੁਤ ਸਾਰੇ ਫੱਟੜ ਹੋਏ ਤੇ 13 ਸਿੰਘ ਸ਼ਹੀਦ ਹੋ ਗਏ। ਅੱਜ ਉਹ ਕੁਝ ਤੁਸੀਂ ਗੁਰਮੁਖਾਂ ਤੋਂ ਸੁਣਿਆ ਨਾ, ਇਹਨਾਂ ਨੇ ਪਿੰਡੇ ਤੇ ਹੰਡਾਇਆ ਉਹ ਸਾਰਾ। ਉਸ ਵੇਲੇ ਉੱਥੇ ਸੀਗੇ ਤਾਂ ਆਪ ਜੀ ਨਾਲ ਉਹ ਵਿਚਾਰ ਸਾਂਝੀ ਕਰਦੇ ਪਏ ਸੀ, ਤੇ ਤਾਂ ਮੇਰਾ ਮਨ ਕੀਤਾ ਵੀ ਚਲੋ ਥੋੜ੍ਹਾ ਜਿਹਾ ਆਪਾਂ ਉਸੇ ਇਤਿਹਾਸ ਨੂੰ ਕਿਉਂ ਨਾ ਦੇਖ ਲਈਏ ਵੀ ਸਿੱਖਾਂ ਦੀ ਇਸ ਦੇਸ਼ ਬਦਲੇ ਕੁਰਬਾਨੀ ਕਿੰਨੀ ਵੱਡੀ ਆ ਤੇ ਉਹਦੇ ਬਦਲੇ ਫਲ ਕੀ ਮਿਲਿਆ। ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ। ਜਦੋਂ 13 ਸਿੰਘ ਸ਼ਹੀਦ ਹੋਏ ਉਹਨਾਂ ਦਾ ਸੰਸਕਾਰ ਕੀਤਾ ਗਿਆ। ਮੁਕੱਦਮਾ ਚੱਲਿਆ। ਮੁਕੱਦਮਾ ਜਿਹੜਾ ਸੀ ਪੰਜਾਬ ਤੋਂ ਬਦਲ ਕੇ ਕਰਨਾਲ ਲੈ ਗਏ ਤੇ ਕਰਨਾਲ ਫਿਰ ਸਾਧ ਸੰਗਤ ਜੀ ਉਹ ਸਾਰੇ ਜਿਹੜੇ ਸੀ ਬਰੀ ਕਰ ਦਿੱਤੇ ਗਏ। 13 ਸਿੱਖ ਚਿੱਟੇ ਦਿਨ ਵਿੱਚ ਸੂਰਜ ਦੀ ਰੋਸ਼ਨੀ 'ਚ ਸ਼ਹੀਦ ਕੀਤੇ ਗਏ ਆ, ਪਰ ਕਿਸੇ ਇੱਕ ਬੰਦੇ ਨੂੰ ਵੀ ਸਜ਼ਾ ਨਹੀਂ ਹੋਈ। ਸਾਰੇ ਦੇ ਸਾਰੇ ਬਰੀ ਹੋ ਗਏ। ਜੋ ਸਾਰੇ ਬਰੀ ਹੋਏ ਤਾਂ ਫਿਰ ਇਹ ਸੰਤਾਂ ਨੇ ਆਖਿਆ ਭਾਈ ਕਲਗੀਧਰ ਪਾਤਸ਼ਾਹ ਜੀ ਦਾ ਇੱਕ ਹੁਕਮ ਹੈ। 2 ਕਾਨੂੰਨ ਕੰਮ ਕਰਦੇ ਆ, ਇੱਕ ਆ ਸੰਸਾਰ ਦਾ ਕਾਨੂੰਨ ਹੈ, ਇੱਕ ਕਲਗੀਧਰ ਪਾਤਸ਼ਾਹ ਦਾ ਕਾਨੂੰਨ ਹੈ। ਸੰਸਾਰ ਦਾ ਕਾਨੂੰਨ ਇਹ ਕਹਿੰਦਾ ਕਿਤੇ ਅਪਰਾਧ ਹੁੰਦਾ ਤੇ ਉਹਦੀ ਸਜ਼ਾ, ਜਿਸ ਤਰ੍ਹਾਂ ਦਾ ਅਪਰਾਧ ਉਸੇ ਤਰ੍ਹਾਂ ਦੀ ਸਜ਼ਾ ਹੁੰਦੀ ਹੈ। 10ਵੇਂ ਪਾਤਸ਼ਾਹ ਜੀ ਦਾ ਵੀ ਇਹ ਬਚਨਾ ਕਹਿੰਦੇ ਕਿਉਂ ਕਾ ਰਾਜ ਹਮਾ ਹੀਲ ਤੇ ਦਰ ਗੁਜਸ਼ ਹਲਾਸ ਬਰਤਨ ਬਾ ਸ਼ਮਸ਼ੀਰ ਦਸ। ਮਹਾਰਾਜ ਨੇ ਆਖਿਆ ਜਦੋਂ ਨਹੀਂ ਮੰਗਿਆ ਇਨਸਾਨ ਮਿਲਦਾ ਗੁਰਮੁਖੋ, ਉਦੋਂ ਫਿਰ ਮਿਆਨ ਵਿੱਚੋਂ ਖੜਗ ਕੱਢ ਕੇ ਇਨਸਾਫ ਸਿੱਖ ਨੂੰ ਆਪ ਕਰ ਲੈਣਾ ਚਾਹੀਦਾ। ਇਹ ਕਾਨੂੰਨ ਕਲਗੀਧਰ ਪਾਤਸ਼ਾਹ ਜੀ ਨੇ ਬਣਾ ਦਿੱਤਾ। ਕਿਉਂ? 10ਵੇਂ ਪਾਤਸ਼ਾਹ ਜੀ ਨੇ 17 ਬੰਦਿਆਂ ਦੀ ਲਿਸਟ ਦਿੱਤੀ ਸੀ ਬਹਾਦਰ ਸ਼ਾਹ ਨੂੰ। ਜਦੋਂ ਮਹਾਰਾਜ ਜੀ ਨੂੰ ਮਿਲਦਾ ਤਾਂ ਉਹ ਹਜ਼ੂਰ ਸਾਹਿਬ ਤਾਂ ਮਹਾਰਾਜ ਜੀ ਨੂੰ ਨਗੀਨਾ ਭੇਟ ਕਰਦਾ, ਕਹਿੰਦਾ ਮਹਾਰਾਜ ਕੋਈ ਸੇਵਾ ਤੁਹਾਡੀ ਕਿਰਪਾ ਨਾਲ ਮੈਂ ਤਖਤ ਤੇ ਬੈਠਾ, ਤੁਸੀਂ ਕਿਰਪਾ ਨਾ ਕਰਦੇ ਤੇ ਇਹ ਮੈਂ ਬੈਠ ਨਹੀਂ ਸਕਦਾ। ਉਹਦੇ ਪਿਓ ਦੇ ਰਾਜ ਵਿੱਚ ਮਹਾਰਾਜ ਜੀ ਦੇ ਛੋਟੇ ਛੋਟੇ ਬੱਚੇ ਨੀਆਂ 'ਚ ਚਿਣ ਕੇ ਸਾਧ ਸੰਗਤ ਸ਼ਹੀਦ ਕੀਤੇ ਗਏ ਆ, ਤੇ ਫਿਰ ਵੀ ਜਦੋਂ ਮਦਦ ਮੰਗਣਾ ਆਇਆ ਤੇ ਕਲਗੀਧਰ ਪਾਤਸ਼ਾਹ ਜੀ ਨੇ ਉਹਦੀ ਮਦਦ ਕੀਤੀ। ਤਾਰਾ ਆਜਮ ਨੂੰ 10ਵੇਂ ਪਾਤਸ਼ਾਹ ਜੀ ਨੇ ਖੁਦ ਮਾਰਿਆ ਤੇ ਇਹ ਬਹਾਦਰ ਸ਼ਾਹ ਤਖਤ ਤੇ ਬੈਠਾ। ਇਹ ਤਾਰਾ ਆਜਮ ਕੋਲ ਤੇ ਤੋਂ 2 ਗੁਣਾ ਵੱਧ ਫੌਜ ਸੀ, ਕੋਈ ਮੁਕਾਬਲਾ ਨਹੀਂ ਸੀ। ਇਹਨੂੰ ਪਤਾ ਮਹਾਰਾਜ ਨੇ ਕਿਰਪਾ ਕਰਕੇ ਮੈਨੂੰ ਦੱਸਿਆ ਭਾਈ ਦਇਆ ਸਿੰਘ ਨੇ ਵੀ ਅੱਜ ਕਲਗੀਧਰ ਪਾਤਸ਼ਾਹ ਤੇਰੀ ਮਦਦ ਨਾ ਕਰਦੇ ਤੂੰ ਤਖਤ ਤੇ ਨਹੀਂ ਬਹਿ ਸਕਦਾ। ਕਿਉਂ? ਆ ਤੀਰ ਪਛਾਣ ਲੈ 10ਵੇਂ ਪਾਤਸ਼ਾਹ ਦਾ ਜਿਹਦੇ ਨਾਲ ਤਾਰਾ ਆਜਮ ਦੀ ਮੌਤ ਹੋਈ ਹੈ। ਤੇਰੇ ਨੇ ਕਿਹਾ ਮਹਾਰਾਜ ਤੁਸੀਂ ਕਿਰਪਾ ਕੀਤੀ ਤੇ ਮੈਂ ਤਖਤ ਤੇ ਬੈਠ ਸਕਿਆ, ਮੈਨੂੰ ਕੋਈ ਸੇਵਾ ਦੱਸੋ। ਤੇ ਮਹਾਰਾਜ ਜੀ ਨੇ ਆਖਿਆ ਆਹ ਬੰਦੇ ਮੈਨੂੰ ਚਾਹੀਦੇ ਆ ਬਹਾਦਰ ਸ਼ਾਹ। ਇਹ 17 ਉਹ ਲੋਕ ਹੈ ਜਿਹੜੇ ਇਸ ਗੱਲ ਦੇ ਦੋਸ਼ੀ ਹੈ ਕਿ ਸਿਰਫ ਪੀਰ ਬੁੱਧੂ ਸ਼ਾਹ ਨਾਲ ਸਾਡਾ ਪ੍ਰੇਮ ਹੋਣ ਕਰਕੇ ਉਹਦਾ ਸਾਰਾ ਟੱਬਰ ਮਾਰ ਦਿੱਤਾ ਗਿਆ ਕਿ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਪ੍ਰੇਮੀ ਕਿਉਂ ਆ। ਆਹ ਬੰਦੇ ਆ ਜਿਹੜੇ
ਜ਼ਿੰਮੇਵਾਰ ਹੈ ਸਾਡੇ ਬੱਚਿਆਂ ਨੂੰ ਨੀਹਾਂ ਵਿੱਚ ਜਿਨ੍ਹਾਂ ਨੇ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਤੇ ਉਹਨੇ ਆਖਿਆ ਮਹਾਰਾਜ ਮੈਂ ਦੇ ਦਿਆਂਗਾ ਇਹ, ਪਰ ਮੈਨੂੰ ਸਾਲ 2 ਸਾਲ ਦਾ ਸਮਾਂ ਦਿੱਤਾ ਜਾਏ, ਮੈਂ ਨਵਾਂ ਤਖਤ ਤੇ ਬੈਠਾ, ਸਾਰੇ ਕਾਜੀ ਮਲਾਣੇ ਬਗਾਵਤ ਕਰ ਦੇਣਗੇ। ਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਨਹੀਂ, ਤੈਨੂੰ 2 ਸਾਲ ਦੇ ਦਈਏ, 4 ਸਾਲ ਤੇਰੇ ਕੋਲੋਂ ਫਿਰ ਵੀ ਨਹੀਂ ਦਿੱਤੇ ਜਾਣੇ। ਤੂੰ ਵਾਰ-ਵਾਰ ਕਹਿੰਦਾ ਸੇਵਾ ਦੱਸੋ ਤਾਂ ਤੈਨੂੰ ਅਸੀਂ ਸੇਵਾ ਦੱਸੀ ਹੈ, ਪਰ ਜੇ ਤੂੰ ਕਹਿੰਦਾ ਨਾ ਵੀ ਇਹ ਹੱਲੇ ਨਹੀਂ ਮੈਂ ਦੇ ਸਕਦਾ, ਇਹ ਦੋਸ਼ੀ ਹੈ ਸਾਡੇ, ਤੇ ਤੂੰ ਕਹਿੰਦਾ ਮੈਂ ਦੇ ਨਹੀਂ ਸਕਦਾ, ਇਹਨਾਂ ਨਾਲ ਹਿਸਾਬ ਹੁਣ ਅਸੀਂ ਆਪ ਕਰ ਲਾਂਗੇ। ਫਿਰ ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਥਾਪੜਾ ਦਿੱਤਾ ਬਾਬੇ ਬੰਦੇ ਬਹਾਦਰ। ਉਹ ਬਾਬਾ ਬੰਦਾ ਜਿਹੜਾ ਆਪਣੀਆਂ ਸ਼ਕਤੀਆਂ ਕਰਕੇ ਸਾਧ ਸੰਗਤ ਜੀ ਆਪਣੇ ਆਨੰਦ 'ਚ ਬੈਠਾ ਹੈ, ਤੇ ਉਹ ਆਪਣੀ ਰੂਹ ਦੀ ਖੁਸ਼ੀ ਵਾਸਤੇ ਹੀ ਜਿਹੜਾ ਉਹਦੇ ਪਲੰਘੇ ਤੇ ਬਹਿੰਦਾ ਉਹਨੂੰ ਉਲਟਾਉਂਦਾ। ਤੁਸੀਂ ਸਾਰਿਆਂ ਨੇ ਇਤਿਹਾਸ ਸੁਣਿਆ, ਪਰ ਕਲਗੀਧਰ ਪਾਤਸ਼ਾਹ ਜੀ ਵਾਸਤੇ ਵੀ ਉਹਨੇ ਉਹ ਯਤਨ ਕੀਤਾ। ਜਦੋਂ ਪਤਾ ਲੱਗਾ ਮਹਾਰਾਜ 10ਵੇਂ ਪਾਤਸ਼ਾਹ ਜੀ ਪਲੰਘੇ ਤੇ ਬੈਠੇ ਆ ਤੇ ਮੇਰੇ ਵੀਰਾਂ ਦੀ ਕੋਈ ਪੇਸ਼ ਨਹੀਂ ਗਈ, ਜੋ ਕੁਝ ਵੀ ਉਹਦੇ ਕੋਲ ਆਤਮਿਕ ਬਲ ਹੈਗਾ ਸੀ ਜੋ ਨਹੀਂ ਪੇਸ਼ ਗਈ, ਫਿਰ ਉਹਨੇ ਆਣ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ। ਫਿਰ ਉਹਨੇ ਆਖਿਆ ਤੁਸੀਂ ਮੇਰੇ ਡੇਰੇ ਦੀ ਹਾਲਤ ਇਹ ਕੀ ਕਰ ਦਿੱਤੀ ਹੈ। ਮਹਾਰਾਜ ਨੇ ਆਖਿਆ ਤੈਨੂੰ ਇਹ ਹਾਲਤ ਦੇਖ ਕੇ ਤੇਰਾ ਦਿਲ ਪਸੀਜਿਆ, ਤੇ ਜਿਹੜਾ ਨੇਤਰ ਬੰਦ ਕਰਕੇ ਦੇਖ ਉਧਰ ਪੰਜਾਬ ਦੀ ਧਰਤੀ ਤੇ ਕੀ ਹੋਵੇਗਾ। ਕੁਝ ਵਚਨ ਵਿਲਾਸ ਹੋਏ। ਮਹਾਰਾਜ ਜੀ ਨੇ ਸਾਰੀ ਗੱਲ ਦੱਸੀ ਵੀ ਉੱਥੇ ਇਦਾਂ ਹੋਇਆ, ਇਹ ਇੰਨੀ ਵੱਡੀ ਬੇਇਨਸਾਫੀ ਵੀ ਖੀਰਖੋਰ ਬੱਚੇ ਜਿਨ੍ਹਾਂ ਨੂੰ ਲਾਭ ਤੇ ਹਾਨੀ ਦਾ ਵੀ ਨਹੀਂ ਪਤਾ ਕੋਈ ਸਾਡੀ ਉਹ ਕੀ ਹੈ, ਉਹਨਾਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਂਦਾ, ਤੇ ਧਰਮੀ ਲੋਕਾਂ ਵੱਲੋਂ ਫਤਵੇ ਜਾਰੀ ਕੀਤੇ ਜਾਂਦੇ ਆ। ਤੂੰ ਇੱਥੇ ਇੰਨਾ ਕੁ ਦੇਖ ਕੇ ਕਹਿਣਾ ਵੀ ਇਹ ਕੀ ਹੋ ਗਿਆ। ਫਿਰ ਉਹਨੇ ਆਖਿਆ ਮਹਾਰਾਜ ਮੇਰੇ ਲਈ ਹੁਕਮ, ਗੁਰੂ ਸਾਹਿਬ ਜੀ ਨੇ ਆਖਿਆ ਤੇਰੇ ਲਈ ਹੁਕਮ ਇਹ ਹੈ, ਆਹ ਲਿਸਟ ਜਿਹੜੀ ਅਸੀਂ ਬਹਾਦਰ ਸ਼ਾਹ ਨੂੰ ਦਿੱਤੀ ਸੀ ਤੈਨੂੰ ਦਿੱਤੀ ਹੈ, ਹੁਣ ਤੂੰ ਸਢੌਰੇ ਵੀ ਜਾਣਾ, ਸਮਾਣੇ ਵੀ ਜਾਣਾ, ਸਰਹੰਦ ਵੀ ਜਾਣਾ, ਇਹ ਹਿਸਾਬ ਕਿਤਾਬ ਤੂੰ ਆਪ ਬਰਾਬਰ ਕਰਨਾ। ਇਹ ਨਹੀਂ ਸੀ ਕੋਈ ਸੰਤਾਂ ਨੇ ਉਵੇਂ ਆਖ ਦਿੱਤਾ ਵੀ ਲਓ ਜੀ ਠੀਕ ਹੈ ਉੱਥੋਂ ਬਰੀ ਹੋ ਗਏ ਤੇ ਹੁਣ ਆਪਣਾ ਨਹੀਂ। ਕਲਗੀਧਰ ਪਾਤਸ਼ਾਹ ਜੀ ਇੱਕ ਮਾਰਗ ਦੇ ਕੇ ਗਏ, ਆਪਾਂ ਜੋ ਲਕੀਰ ਖਿੱਚੀ ਹੈ ਮਾਰੇ 10ਵੇਂ ਪਾਤਸ਼ਾਹ ਜੀ ਨੇ। ਸਿੱਖ ਨੇ ਗੁਰੂ ਦੇ ਦੱਸੇ ਮਾਰਗ ਤੇ ਚੱਲਣਾ, ਮਾਰਗ ਬਣਾਉਣਾ ਨਹੀਂ ਲਸਾ ਸਮਝੀ ਸਿੱਖ ਨੇ। ਸਿੱਖ ਕੋਲ ਤੇ ਰਸਤਾ ਹੈਗਾ, ਤੇ ਫਿਰ ਮਹਾਂਪੁਰਸ਼ ਦਾ ਉਹ ਹਸਤੀ ਹੈ ਸਤਿਕਾਰਯੋਗ ਜਿਹੜੇ ਰੋਮ ਕਰਕੇ ਸਤਿਗੁਰੂ ਜੀ ਨੂੰ ਸਮਰਪਿਤ ਆ। ਇਹ ਤੇ ਦੋਸ਼ੀ ਉਹ ਵੀ ਵਿਰੋਧੀ ਵੀ ਲਿਖ ਗਏ ਨਾ ਜੀ। ਗੱਲ ਤਾਂ ਉਹ ਨਾ ਜਿਹੜੀ ਵਿਰੋਧੀ ਕਰੇ, ਉਹ ਦੇਖੋ ਤੁਸੀਂ ਕਾਜੀ ਨੂਰ ਮੁਹੰਮਦ ਸਿੱਖਾਂ ਦੀ ਪੂਰੀ ਕਰਦਿਆਂ ਵਿਰੋਧਤਾ ਕਰਦਿਆਂ ਆਖਰ ਉਹ ਸਾਧ ਸੰਗਤ ਜੀ ਕਹਿ ਗਿਆ ਵੀ ਹੈਗੇ ਤਾਂ ਕੁੱਤੇ ਆ। ਮੈਂ ਇਹਨਾਂ ਨੂੰ ਸਾਗ ਲਿਖਦਾ, ਸਾਗ ਮਤਲਬ ਕੁੱਤੇ। ਇਹਨਾਂ ਨੇ ਸਾਡਾ ਰਸਤਾ ਰੋਕਿਆ, ਇਹ ਹਮਲਾ ਕਰਕੇ ਸਾਡੇ ਕੋਲ ਸਾਰਾ ਕੁਝ ਖੋਹ ਕੇ ਲੈ ਗਏ, ਪਰ ਫਿਰ ਵੀ ਮੈਂ ਇਹਨਾਂ ਨੂੰ ਨਮਸਕਾਰ ਕਰਦਾ ਵੀ ਇਹ ਬਹਾਦਰ ਕੌਮ ਹੈ, ਇਹਨਾਂ ਦੇ ਲੜਾਈ ਦੇ ਮੈਦਾਨ ਵਿੱਚ ਵੀ ਕੁਝ ਅਸੂਲ ਹੈ। ਉਹ ਨੂਰ ਮੁਹੰਮਦ ਜਿਹੜਾ ਸਭ ਵੈਰੀ ਆ ਸਿੱਖਾਂ ਦਾ, ਉਹ ਸਾਰੀ ਵਾਰਤਾ ਇਹਨਾਂ ਦੇ ਵਿਰੁੱਧ 'ਚ ਲਿਖ ਕੇ ਕਹਿੰਦਾ ਇਹ ਡਿੱਗੇ ਤੇ ਵਾਰ ਨਹੀਂ ਕਰਦੇ, ਬੀਬੀ ਤੇ ਵਾਰ ਨਹੀਂ ਕਰਦੇ, ਬੱਚੇ ਤੇ ਵਾਰ ਨਹੀਂ ਕਰਦੇ, ਇਹ ਨਿਹੱਥੇ ਤੇ ਵਾਰ ਨਹੀਂ ਕਰਦੇ, ਤੇ ਵੈਰੀ ਵੀ ਸ਼ਾਮ ਨੂੰ ਇਹਨਾਂ ਕੋਲ ਲੰਗਰ 'ਚ ਆ ਜਾਵੇ ਤੇ ਉਹਨੂੰ ਵੀ ਆਸ ਕੇ ਪ੍ਰਸ਼ਾਦਾ ਛਕਾਉਂਦੇ। ਪਤਾ ਹੁੰਦਾ ਵੀ ਇਹਨੇ ਕੱਲ ਵੀ ਸਾਡੇ ਨਾਲ ਲੜਨਾ, ਇਸ ਕਰਕੇ ਕਹਿੰਦਾ ਇਹਨਾਂ ਨੂੰ ਮੈਂ ਨਮਸਕਾਰ। ਉਹ ਜਾਂਦਾ ਕਹਿੰਦਾ ਜੇ ਇਹਨਾਂ ਨੂੰ ਜਿੱਤਣਾ ਤੇ ਮੈਂ ਤੁਹਾਨੂੰ ਇਹ ਕਹਾਂਗਾ ਵੀ ਘੋੜ ਸਵਾਰੀ ਕਰਨੀ ਤੇ ਜੰਗ ਕਰਨਾ ਸਿੱਖਾਂ ਕੋਲੋਂ ਸਿੱਖੋ ਪਹਿਲਾਂ ਜਾ ਕੇ। ਇਹ ਤੁਹਾਨੂੰ ਦੱਸਣਗੇ ਜਿਹੜੇ 500 ਮੀਲ ਘੋੜੇ ਦੀ ਕਾਠੀ ਤੇ ਕੱਢ ਦਿੰਦੇ ਆ। ਘੋੜੇ ਦੀ ਕਾਠੀ ਇਹਨਾਂ ਦਾ ਘਰ ਹੈ, ਵਿਰੋਧੀ ਕਰਦਾ। ਵਿਰੋਧੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸਿਫਤ ਲਿਖ ਕੇ ਗਿਆ। ਬਰਾੜ ਦੀ ਤੁਸੀਂ ਕਿਤਾਬ ਸਾਰਿਆਂ ਪੜ੍ਹਨੀ, ਚਲੋ ਹੁਣ ਤਾਂ ਬਹੁਤ ਕੁਝ ਆ ਗਿਆ ਤੇ ਬਹੁਤ ਕੁਝ ਲਿਖਿਆ ਗਿਆ। ਉਹ ਕਹਿੰਦਾ ਵੀ ਅਸਲ ਵਿੱਚ ਉਹ ਬੰਦਾ ਸੀ ਜਿਹੜਾ ਨਾ ਵਿਕਿਆ, ਨਾ ਆਪਣੇ ਅਕੀਦੇ ਤੋਂ ਡੋਲਿਆ, ਨਾ ਅਸੀਂ ਉਹਨੂੰ ਕਿਸੇ ਤਰ੍ਹਾਂ ਡਰਾ ਸਕੇ। 2-3 ਤਰੀਕੇ ਹੁੰਦੇ ਨਾ ਜੀ। ਸਾਹਿਬਜ਼ਾਦਿਆਂ ਨੂੰ ਪਹਿਲਾਂ ਕਹਿੰਦੇ ਆ ਤੁਹਾਡੀਆਂ ਕਚਹਿਰੀਆਂ ਲੱਗਣਗੀਆਂ, ਤੁਹਾਨੂੰ ਹਾਥੀ ਘੋੜੇ ਦੇਵਾਂਗੇ ਸਵਾਰੀਆਂ ਵਾਸਤੇ, ਤੁਹਾਡੇ 4-4 ਨਿਕਾਹ ਕਰ ਦੇਵਾਂਗੇ, ਤੁਸੀਂ ਇਹਨਾਂ ਕਹਿ ਦਿਓ ਅਸੀਂ ਸਿੱਖੀ ਛੱਡੀ। ਇਹ ਪਹਿਲਾਂ ਲਾਲਚ ਹੈ ਨਾ ਜੀ। ਨਹੀਂ ਉਹ ਮੰਨੇ, ਉਹਨਾਂ ਨੇ ਆਖਿਆ ਜੁੱਤੀ ਦੀ ਠੋਕਰ ਨਾਲ ਅਸੀਂ ਸਾਰਾ ਕੁਝ ਪਰੇ ਕਰਦੇ ਆ, ਤੇ ਫਿਰ ਡਰਾਇਆ। ਫਿਰ ਆਖਿਆ ਸੀ ਤੁਹਾਨੂੰ ਉਹ ਮੌਤ ਦੇਵਾਂਗੇ ਜਿਹੜੀ ਸੁਣ ਕੇ ਵੀ ਲੋਕ ਕੰਮ ਜਾਇਆ ਕਰਨਗੇ। ਤੁਸੀਂ ਅਜੇ ਜਾਣਦੇ ਨਹੀਂ ਕਿ ਉਹ ਤੁਹਾਡਾ ਮਾਰਦਾ, ਭਰਾ ਤੁਹਾਡੇ ਮਾਰ ਦਿੱਤੇ, ਸਿੱਖ ਕੋਈ ਬਚਾਉਣ ਵਾਲਾ ਨਹੀਂ ਬਚਿਆ। ਤੇ ਉਸ ਵੇਲੇ ਬਾਬਾ ਜੋਰਾਵਰ ਸਿੰਘ ਨੇ ਆਖਿਆ ਸੀ ਤੁਸੀਂ ਜੋ ਮਰਜ਼ੀ ਆਖੋ, ਤੁਸੀਂ ਸਾਡੀ ਕੁਲ ਦੀ ਰੀਤੀ ਨਹੀਂ ਜਾਣਦੇ। ਜੇ ਸਾਡੀ ਕੁਲ ਦੀ ਮਰਿਆਦਾ ਸਮਝਦੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਗੱਲਾਂ ਸਾਨੂੰ ਡਰਾ ਨਹੀਂ ਸਕਦੀਆਂ। ਤੇ ਉਹ ਅਸਗਨੀਆਂ 'ਚ ਖਲੋਗੇ। ਹੁਣ ਉਹ ਜਿਹੜਾ ਜਿਨ੍ਹਾਂ ਦਾ ਸਾਧ ਸੰਗਤ ਜੀ ਅਸਲ ਵਿੱਚ ਆਦਰਸ਼ ਕਲਗੀਧਰ ਪਾਤਸ਼ਾਹ ਤੇ ਉਹਨਾਂ ਦੇ ਸੂਰਮੇ ਸਿੱਖ ਤੇ ਸਾਹਿਬਜ਼ਾਦੇ ਆ, ਉਹਨੇ ਨਾ ਤਾਂ ਵਿਕਣਾ ਸੀ, ਨਾ ਕਿਸੇ ਲਾਲਚ ਵਿੱਚ ਆਉਣਾ ਸੀ। ਉਹ ਲਿਖ ਗਿਆ ਬਰਾੜ ਵੀ ਇੰਨੀ ਸੂਰਮਗਤੀ ਨਾਲ ਲੜਿਆ, ਇਹ ਤਾਂ ਸਾਨੂੰ ਅੰਦਾਜ਼ਾ ਹੀ ਨਹੀਂ ਸੀ। ਇੱਕ ਮੀਟਿੰਗ ਹੁੰਦੀ ਆ 1 ਤਰੀਕ ਨੂੰ ਚੰਡੀ ਮੰਦਰ ਵਿੱਚ ਚੰਡੀਗੜ੍ਹ, ਜਿਹਦੇ ਵਿੱਚ ਆਚਾਰਯ ਜਰਨੈਲ ਦਿਆਲ, ਸੁੰਦਰ ਜੀ, ਬਰਾੜ, ਵੈਦਿਆ ਸਾਰੇ ਇਕੱਠੇ ਹੁੰਦੇ। ਇਹਨਾਂ ਨਾਲ ਗੱਲਬਾਤ ਹੁੰਦੀ। ਇਹਨਾਂ ਵਿੱਚੋਂ ਫਿਰ ਸਾਧ ਸੰਗਤ ਜੀ ਇਹ ਸਲਾਹ ਕਰਕੇ ਚੰਡੀ ਮੰਦਰ ਤੋਂ ਤੇ ਉਸੇ ਦਿਨ ਫਿਰ ਅੰਮ੍ਰਿਤਸਰ ਨੂੰ ਘੇਰਦੇ ਆ, ਪੰਜਾਬ ਨੂੰ ਸਾਰੇ ਨੂੰ ਬਾਕੀ ਦੁਨੀਆ ਨਾਲੋਂ ਅਲੱਗ ਕਰਕੇ। ਇਹੀ ਬਰਾੜ ਆਣ ਕੇ ਤੇ ਪ੍ਰਸ਼ਾਸਨ ਦੀ ਪੂਰੀ ਬਿਊਰੋਕ੍ਰੇਸੀ ਦੀ ਇੱਕ ਮੀਟਿੰਗ ਕਰਦਾ ਅੰਮ੍ਰਿਤਸਰ 'ਚ। ਤੇ ਆਣ ਕੇ ਉਹਨਾਂ ਨੂੰ ਪੁੱਛਦਾ ਕਿੱਥੇ ਕੀ ਹੋ ਰਿਹਾ, ਕਿੱਥੇ ਤੁਸੀਂ ਐ ਨਹੀਂ ਕੀਤਾ, ਤੁਸੀਂ
ਉਹ ਇੱਕ ਸਰਬਜੀਤ ਸਿੰਘ ਨੇ ਕਿਤਾਬ ਲਿਖੀ, ਸਾਧ ਸੰਗਤ ਜੀ ਕਦੀ ਮੌਕਾ ਲੱਗੇ ਤੁਸੀਂ ਪੜ੍ਹਨਾ। ਉਹ ਉੱਥੇ ਵਿੱਚ ਬੈਠਾ, ਉਹ ਕਹਿ ਰਿਹਾ ਵੀ ਇੱਥੋਂ ਤੱਕ ਹਾਲਾਤ ਪਹੁੰਚੇ ਕਿਵੇਂ। ਤੁਸੀਂ ਜਿਹੜਾ ਸਿਵਲ ਪ੍ਰਸ਼ਾਸਨ ਹੈ, ਤੁਸੀਂ ਆਪਣੀ ਡਿਊਟੀ ਨਹੀਂ ਕੀਤੀ। ਹੁਣ ਤੁਸੀਂ ਦੇਖਣਾ, ਮੈਂ ਆ ਗਿਆ, ਫੌਜ ਆ ਗਈ, ਅੱਧੇ ਘੰਟੇ ਵਿੱਚ ਕਿਸੇ ਨੇ ਅੱਧਾ ਘੰਟਾ ਲਿਖਿਆ, ਕਿਸੇ ਨੇ 2 ਘੰਟੇ ਵੀ ਲਿਖਿਆ। ਉਹ ਕਹਿੰਦਾ ਅੱਧੇ ਘੰਟੇ ਵਿੱਚ, ਉਹ ਕਹਿੰਦਾ ਐ ਬਲੈਕ ਬੋਰਡ ਤੇ ਸੋਟੀ ਮਾਰ ਕੇ ਕਹਿੰਦਾ ਅੱਧੇ ਘੰਟੇ 'ਚ ਮੈਂ ਉਹਨੂੰ ਬਾਹਰ ਫੜ ਕੇ ਬਾਹਰ ਲੈ ਆਊਂਗਾ, ਜਿਸ ਹਿਸਾਬ ਦਾ ਕਰਕੇ ਤੁਸੀਂ ਫੌਜ ਇੱਥੇ ਮੰਗਵਾ ਲਈ, ਆਪਣੀ ਡਿਊਟੀ ਨਹੀਂ ਕੀਤੀ। ਕਹਿੰਦੇ ਮੈਂ ਉੱਠ ਕੇ ਆਖਿਆ ਕਿ ਬਰਾੜ ਸਾਹਿਬ ਮਾਫੀ ਚਾਹੁੰਦਾ, ਇਹ ਉਹ ਨਹੀਂ ਬੰਦਾ ਹੈਗਾ ਜਿਹੜਾ ਅੱਧੇ ਘੰਟੇ 'ਚ ਤੁਸੀਂ ਫੜ ਕੇ ਲੈ ਆਓਗੇ ਜੀ। ਅਸੀਂ ਇੱਥੇ ਰਹਿੰਦੇ ਹਾਂ, ਤੁਸੀਂ ਬਾਹਰੋਂ ਆਏ, ਤੁਹਾਨੂੰ ਪਤਾ ਨਹੀਂ ਕਿ ਤੁਹਾਡਾ ਮੱਥਾ ਕਿਹਦੇ ਨਾਲ ਲੱਗਾ ਅਸਲ 'ਚ। ਤੇ ਕਹਿੰਦੇ ਉਹਨੇ ਅੱਗੇ ਆਖਿਆ ਵੀ ਨਹੀਂ, ਤੁਹਾਨੂੰ ਪਤਾ ਨਹੀਂ, ਜਦੋਂ ਤੋਪਾਂ ਆਉਂਦੀਆਂ ਨਾ, ਜਦੋਂ ਟੈਂਕਾਂ ਦੀ ਗੜਗੜਾਹਟ ਹੁੰਦੀ ਹੈ, ਵੱਡਿਆਂ ਦੀਆਂ ਲੱਤਾਂ ਕੰਬ ਜਾਂਦੀਆਂ, ਤੇ ਇਹ ਤੇ ਇੱਕ ਸਾਧ ਆ, ਸਿਵਲ ਲੋਕ ਨੇ, ਜਰਨੈਲਾਂ ਦੀਆਂ ਲੱਤਾਂ ਕੰਬ ਜਾਂਦੀਆਂ। ਉਹ ਕਹਿੰਦਾ, ਉਹੀ ਲਿਖਦਾ, ਉਹ ਕਹਿੰਦਾ ਤੀਜੇ ਦਿਨ ਘੰਟਾ ਘਰ ਦੇ ਬਾਹਰ ਉਹਦੇ ਬੁੱਲਾਂ ਤੇ ਸਿਕਰੀ ਜੰਮੀ ਤੇ ਵਾਲ ਖਿਲਰੇ ਆ। ਤੇ ਉਹਨੂੰ ਮੈਂ ਜਾ ਕੇ ਆਖਿਆ, ਦੱਸੋ ਜੀ, ਤੁਸੀਂ ਤਾਂ ਕਹਿੰਦੇ ਸੀ ਬਰਾੜ ਸਾਹਿਬ ਇਹ ਅੱਧੇ ਘੰਟੇ ਦਾ ਆਪਰੇਸ਼ਨ ਹੈ, ਤੇ ਤੀਜਾ ਦਿਨ ਹੋ ਗਿਆ, ਇੰਨੀ ਵੱਡੀ ਗਿਣਤੀ 'ਚ ਤੁਸੀਂ ਫੌਜ ਦਾ ਨੁਕਸਾਨ ਕਰਾ ਲਿਆ, ਅਜੇ ਤੱਕ ਤੁਹਾਡੇ ਕੋਲ ਉਹਦੇ ਤੱਕ ਪਹੁੰਚ ਨਹੀਂ ਹੋਈ। ਤੇ ਕਹਿੰਦੇ ਬੁਰਾ ਭਲਾ ਬੋਲਣ ਲੱਗ ਪਿਆ ਸੀ ਉਹ ਅਗਲੇ ਬੰਨਿਓ, ਕਿਉਂਕਿ ਖਿਜਿਆ ਪਿਆ ਸੀ। ਖਿਜੇ ਨੇ ਉਹਨੇ ਆਖਿਆ ਨਾ ਵੀ ਫਿਰ ਜੇ ਤੁਸੀਂ ਪੰਜਾਬ ਨੂੰ ਨਾ ਰੱਖਣਾ ਚਾਹੁੰਦੇ ਆ ਤਾਂ ਮੈਨੂੰ ਅੰਦਰ ਟੈਂਕ ਲਿਜਾਣ ਦੀ ਇਜਾਜ਼ਤ ਦਿੱਤੀ ਜਾਵੇ। ਪੂਰਾ ਕੁਝ ਉਹਨੇ ਕਰਕੇ ਵੇਖ ਰਿਹਾ, 1 ਤਰੀਕ ਦੀ ਲੜਾਈ ਹੋ ਰਹੀ ਆ, 2 ਦੀ ਹੋ ਰਹੀ ਆ, 3 ਦੀ ਹੋ ਰਹੀ ਆ। ਇਹ ਤਾਂ ਕਿਰਪਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ। ਇੱਕ ਬੰਨੇ ਸਾਧ ਸੰਗਤ ਜੀ ਆਪਣੀ ਮਰਿਆਦਾ ਨੂੰ, ਆਪਣੀ ਸੰਸਕ੍ਰਿਤੀ ਨੂੰ, ਆਪਣੇ ਧਰਮ ਨੂੰ, ਆਪਣੇ ਪੰਥ ਨੂੰ ਬਚਾਉਣ ਲਈ ਲੜਾਈ ਹੋ ਰਹੀ। ਇੱਕ ਬੰਨੇ ਗੁਰਧਾਮਾਂ ਦੀ ਪਵਿੱਤਰਤਾ ਵਾਸਤੇ ਹੈ, ਤੇ ਦੂਸਰੇ ਬੰਨੇ ਸਿਰਫ ਉਹ ਦੂਜੀ ਤਰ੍ਹਾਂ ਦਾ ਲਾਲਚ ਹੈ। ਚਲੋ ਜੇ ਬਹੁਤ ਗਿਣਤੀ ਏਦਾਂ ਖੁਸ਼ ਹੁੰਦੀ ਹੈ, ਥੋੜਿਆਂ ਨੂੰ ਮਾਰ ਕੇ ਤੇ ਏਦਾਂ ਕਰ ਲਓ। ਪਰ ਮੈਂ ਬੇਨਤੀ ਕੀਤੀ, ਅਸਲ ਵਿੱਚ ਲੜਨਾ ਸਾਧ ਸੰਗਤ ਜੀ ਸਿਰਾਣੇ ਨਹੀਂ ਹੁੰਦਾ। ਬਾਬੇ ਬੰਦੇ ਬਹਾਦਰ ਨੇ ਆਖਿਆ ਮੈਨੂੰ ਪਤਾ ਨਹੀਂ ਭੱਜ ਜਾਣ ਦਿਓ, ਕੋਈ ਗੱਲ ਨਹੀਂ, ਉਹਦਾ ਭਤੀਜਾ, ਕੋਈ ਗੱਲ ਨਹੀਂ। ਇੱਕ ਵਾਰ ਆਪਾਂ ਦਿਖਾ ਦਿੱਤਾ, ਮੁੜ ਕੇ ਲੜਨਾ ਆਪਾਂ। ਤੇ ਬਾਬੇ ਬੰਦੇ ਦੀ ਜਿੱਤ ਹੋਈ, ਉਹਨੇ ਖਾਲਸਾ ਨਿਸ਼ਾਨ ਸਾਹਿਬ ਸਾਧ ਸੰਗਤ ਜੀ ਚਲਾ ਦਿੱਤਾ ਸੀ, ਤੇ ਰੋਲ ਕੇ ਮਾਰਿਆ ਉਹਨੇ ਵਜੀਦੇ। ਲੜਨਾ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਨੇ ਹੁੰਦਾ। ਇਹ ਤਾਂ ਦੱਸ ਗਿਆ ਨਾ ਮਹਾਰਾਜ, ਭਾਈ ਜੀ ਮੇਰੀ ਕਿਰਪਾ ਕਾਲ ਤੇਰੀ। ਮਹਾਰਾਜ ਕਹਿੰਦੇ ਭੰਗਾਲੀ ਦੇ ਵਿੱਚ ਸੇ ਕਹਿੰਦੇ ਮਹਾਰਾਜ ਜਿੱਤ ਹੋ ਗਈ ਤੁਹਾਡੀ। ਮਹਾਰਾਜ ਕਹਿੰਦੇ ਨੇ ਮੇਰੀ ਜਿੱਤ ਨਹੀਂ, ਗੁਰਮੁਖ ਹੈ ਜਿੱਤ ਵਾਹਿਗੁਰੂ ਦੀ। ਕਿਉਂਕਿ ਖਾਲਸਾ ਲੜਿਆ ਤੇ ਖਾਲਸਾ ਵਾਹਿਗੁਰੂ ਦਾ, ਇਸ ਕਰਕੇ ਜਿੱਤ ਵੀ ਵਾਹਿਗੁਰੂ ਦੀ। ਇੱਕ ਬੰਨੇ ਉਹ ਗੁਰਮੁਖ ਪਿਆਰੇ ਆ ਜਿਨ੍ਹਾਂ ਦੀ ਓਟ ਬਾਣੀ ਆ, ਜਿਨ੍ਹਾਂ ਦੀ ਟੇਕ ਗੁਰੂ ਕੀ ਬਾਣੀ ਆ, ਜਿਨ੍ਹਾਂ ਨੇ ਕਿਹਾ ਵੀ ਨਾ ਹਮ ਕੀਆ ਨਾ ਕरेंगे ਨਾ ਕਰ ਸਕੇ ਸਰੀਰ। ਉਹ ਮਹਾਂਪੁਰਸ਼ ਹੈ, ਉਹਨਾਂ ਦੀ ਅਗਵਾਈ ਹੈ। ਉਹਨਾਂ ਨਾਲ ਸਾਧ ਸੰਗਤ ਜੀ, ਉਹ ਚਕੋਟੀ ਦੇ ਜਰਨੈਲ ਹੈ ਸ਼ਬੇਗ ਸਿੰਘ ਜੀ। ਤੇ ਜਦੋਂ ਤੁਸੀਂ ਸ਼ਬੇਗ ਸਿੰਘ ਦੀ ਹਿਸਟਰੀ ਪੜ੍ਹਦੇ, ਬੰਦੇ ਦਾ ਦਿਲ ਵੀ ਰੋਂਦਾ ਤੇ ਅੱਖਾਂ ਨੂੰ। ਜਿਸ ਬੰਦੇ ਨੇ ਸਾਧ ਸੰਗਤ ਜੀ ਆਪਣੇ ਪਿਤਾ ਦੀ ਮੌਤ ਦੀ ਚਿੱਠੀ ਲੜਾਈ ਵੇਲੇ ਜੇਬ 'ਚ ਪਾ ਛੱਡੀ ਹੈ, ਜਿਹਨੂੰ ਘਰੋਂ ਤਾਰ ਗਈ ਹੈ ਵੀ ਤੇਰਾ ਪਿਤਾ ਚੜ੍ਹਾਈ ਕਰ ਗਿਆ ਤੇ ਤੂੰ ਆ, ਜੰਗ ਲੱਗੀ ਹੈ, ਜਿੰਨੀ ਦੇਰ ਜੰਗ ਜਿੱਤੀ ਨਹੀਂ ਗਈ, ਜਨਰਲ ਸ਼ਬੇਗ ਸਿੰਘ ਨੇ ਉਹ ਤਾਰ ਆਪਣੀ ਜੇਬ 'ਚ ਰੱਖੀ ਹੈ। ਜੰਗ ਠੰਡੀ ਹੋਣ ਤੋਂ ਬਾਅਦ ਜਾ ਕੇ ਉਹਨਾਂ ਨੇ ਆਖਿਆ ਕਿ ਮੇਰੇ ਪਿਤਾ ਜੀ ਚੜ੍ਹਾਈ ਕਰ ਗਏ ਤੇ ਮੈਂ ਘਰ ਜਾਣਾ, ਇਸ ਕਰਕੇ ਮੈਨੂੰ ਛੁੱਟੀ। ਤੇ ਉਹਨਾਂ ਨੇ ਕਿਹਾ ਦਿਖਾਓ ਤਾਰ ਵੇਖੀ। ਉਹ ਕਹਿੰਦੇ ਇਹ ਤਾਂ ਕਾਦੀ ਆਈ ਆ, ਤੂੰ ਘਰੇ ਨਹੀਂ ਗਿਆ। ਉਹ ਕਹਿੰਦੇ ਗੱਲ ਦੇਸ਼ ਦੀ ਆਣ ਬਾਣ ਦੀ ਸੀ। ਇੱਕ ਬੰਨੇ ਚਲੋ ਮੇਰਾ ਪਿਤਾ, ਮੈਨੂੰ ਦੁੱਖ ਬਹੁਤ ਹੈ, ਪਰ ਮੇਰੇ ਜਾਣ ਨਾਲ ਪਿਤਾ ਜੀ ਨੇ ਤਾਂ ਨਹੀਂ ਉੱਠ ਸਕਣਾ ਸੀ, ਪਰ ਹੋ ਸਕਦਾ ਸੀ ਮੇਰੇ ਜਾਣ ਨਾਲ ਦੇਸ਼ ਹਾਰ ਜਾਂਦਾ, ਪਰ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਿਆ। ਇਹੋ ਜਿਹੇ ਗੁਰਮੁਖ ਪਿਆਰੇ ਸਾਧ ਸੰਗਤ ਜੀ ਸੂਰਮੇ। ਤੇ ਦੂਜੇ ਬੰਨੇ ਭਾਈ ਅਮਰੀਕ ਸਿੰਘ ਜੀ ਵਰਗੇ ਗੁਰਮੁਖ, ਜਿਨ੍ਹਾਂ ਦੇ ਪਿਤਾ ਜੀ ਸਤਿਕਾਰਯੋਗ ਸੰਤ ਬਾਬਾ ਕਰਤਾਰ ਸਿੰਘ ਜੀ ਹੈ, ਜਿਹੜੇ ਉਸ ਵੇਲੇ ਪ੍ਰੈਜ਼ੀਡੈਂਟ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ, ਜਿਹੜੇ ਨਾਮ ਬਾਣੀ ਵਾਲੇ ਗੁਰਮੁਖ ਪਿਆਰੇ ਆ, ਉਹਨਾਂ ਦੇ ਨਾਲ ਸਰਕਾਰ ਦਾ ਮੁਕਾਬਲਾ ਹੈ। ਤੇ ਫਿਰ ਸਾਧ ਸੰਗਤ ਜੀ ਆਖਿਆ, ਤੁਸੀਂ ਸੁਗਰਾ ਮਰੀਮ ਨੂੰ ਸੁਣਦੇ ਜੇ ਨਾ, ਇਹ ਤਾਂ ਉੱਥੇ ਸੀ ਗੁਰਮੁਖ। ਚਲੋ ਜੋ ਇਹਨਾਂ ਨੇ ਅੱਖੀਂ ਵੇਖਿਆ, ਬਾਕੀ ਆਪਾਂ ਪੜ੍ਹ ਤਾਂ ਸਕਦੇ ਹਾਂ ਨਾ, ਸੁਣ ਸਕਦੇ ਹਾਂ, ਕਿੰਨੀਆਂ ਇੰਟਰਵਿਊ ਹੋਈਆਂ। ਉਹ ਕਹਿੰਦੇ ਮੈਂ ਪਹਿਲਾਂ ਆਖਿਆ ਸੀ ਇਹ ਕੰਮ ਨਾ ਕਰ, ਹਰਿਮੰਦਰ ਸਾਹਿਬ ਤੇ ਅਟੈਕ ਬਹੁਤ ਮਹਿੰਗਾ ਪਵੇਗਾ। ਉਹ ਫਿਰ ਉਹਨੇ ਜਦੋਂ ਆਖਿਆ ਨਾ, ਉਹ ਕਹਿੰਦੇ ਮੁੜ ਕੇ ਹਮਲੇ ਤੋਂ ਬਾਅਦ ਉਹਨੇ ਮੈਨੂੰ ਰੋਕ ਕੇ ਆਖਿਆ ਤੁਸੀਂ ਸੱਚ ਕਹਿੰਦੇ ਸੀ, ਬਹੁਤ ਵੱਡੀ ਗਲਤੀ ਹੋ ਗਈ ਹੈ, ਹੁਣ ਇਹ ਮੈਨੂੰ ਛੱਡਣਗੇ ਨਹੀਂ। ਉਹਦੀ ਇੱਕ ਇੰਟਰਵਿਊ ਹੈ ਵੱਖਰੀ। ਉਹਨੇ ਸਾਰੇ ਜਰਨੈਲਾਂ ਨੂੰ ਪੁੱਛਿਆ ਕਿੰਨਾ ਨੁਕਸਾਨ ਹੋ ਸਕਦਾ। ਉਹਨਾਂ ਨੇ ਆਖਿਆ ਜੀ 30% ਕਮਾਂਡੋ ਮਾਰ ਸਕਦੇ ਆ, ਸਿਵਲੀਅਨ ਕਿੰਨੇ ਮਾਰਨਗੇ? ਉਹਨਾਂ ਕਿਹਾ ਸਿਵਲੀਅਨ ਸਾਰੇ ਮਾਰਨੇ ਪੈਣਗੇ ਜਿੰਨੇ ਅੰਦਰ ਹੋਏ। ਉਹਨੇ ਕਿਹਾ ਨਹੀਂ, ਹੋਰ ਕੋਈ ਤਰੀਕਾ ਲੱਭ ਲਈਏ। ਦੂਜੇ ਜਰਨੈਲ ਨੂੰ ਪੁੱਛਿਆ ਸਿਰਾਂ ਨੂੰ ਕਿੰਨਾ ਨੁਕਸਾਨ ਹੋ ਗਿਆ? ਨਾ ਨੁਕਸਾਨ ਕਰਨ ਦੀ ਲੋੜ ਹੀ ਕੋਈ ਨਹੀਂ। ਐਸੀ ਬਹਾਦਰ ਕੌਮ ਦੇਸ਼ ਵਾਸਤੇ ਜਿਹੜੀ ਆਪਣੀਆਂ ਜਾਨਾਂ ਤੱਕ ਵਾਰ ਦਿੰਦੀ ਹੈ, ਸਭ ਕੁਝ ਇੰਨਾ ਕੁਝ ਹੋਣ ਤੋਂ ਬਾਅਦ ਵੀ ਤੇ 71 ਦੀ ਲੜਾਈ 'ਚ ਸਾਧ ਸੰਗਤ ਜੀ ਪ੍ਰਸ਼ਾਦੇ ਤੇ ਲੱਸੀਆਂ ਸਾਡੇ ਪਿੰਡਾਂ ਦੀਆਂ ਬੀਬੀਆਂ ਉਹਨਾਂ ਫੌਜੀਆਂ ਨੂੰ ਪਿਆਉਂਦੀਆਂ ਰਹੀਆਂ। ਵੀ ਚਲੋ ਕੋਈ ਨਹੀਂ, ਹੁਣ ਦੇਸ਼ ਦੀ ਗੱਲ ਹੈ। ਉਹ ਕਹਿੰਦਾ ਮੈਂ ਇਹਨਾਂ ਦੇ ਵਿਰੁੱਧ ਨਹੀਂ ਲੜ ਸਕਦਾ, ਇਹ ਮੇਰੇ ਨਾਲ ਜੰਗ 'ਚ ਲੜਿਆ, ਮੈਨੂੰ ਪਤਾ ਕਿੰਨੇ ਸੂਰਬੀਰ ਆ ਤੇ ਕਿਵੇਂ ਵਫਾਦਾਰੀ ਨਾਲ ਦੇਸ਼ ਵਾਸਤੇ ਲੜਦੇ ਆ।
ਹਰਮੰਦਰ ਸਾਹਿਬ ਤੇ ਮੈਂ ਕਿਵੇਂ ਉਹਨੇ ਜਵਾਬ ਹੀ ਦੇ ਦਿੱਤਾ ਸੀ ਜਨਰਲ ਸਿਨਹਾ ਨੇ। ਇਹਨੂੰ ਪੁੱਛਿਆ ਸੀ ਫਿਰ ਵੈਦਿਆ ਨੂੰ ਕਿੰਨਾ ਨੁਕਸਾਨ ਹੋ ਸਕਦਾ, ਉਹ ਕਹਿੰਦਾ ਨੁਕਸਾਨ ਦਾ ਤਾਂ ਕੰਮ ਹੀ ਕੋਈ ਨਹੀਂ, ਇਹ ਤਾਂ ਕੰਮ ਹੀ ਕੁਝ ਘੰਟਿਆਂ ਦਾ, ਇਹ ਤਾਂ ਗੱਲ ਹੀ ਵਧਾ ਚੜਾ ਕੇ ਪੇਸ਼ ਕੀਤੀ ਜਾ ਰਹੀ, ਨੁਕਸਾਨ ਕਾਹਦਾ ਹੋਣਾ, ਇੱਕ ਵੀ ਫੌਜੀ ਮਰੇ ਬਿਨਾ ਤਾਂ ਮੈਂ ਉਹਨਾਂ ਨੂੰ ਬਾਹਰ ਕੱਢ ਦੇਣਾ ਉੱਥੋਂ। ਉਹਨੇ ਮੁੜ ਕੇ ਆਖਿਆ ਸੀ ਵੀ ਇਹਨੂੰ ਮੂਰਖ ਨੂੰ ਜਰਨੈਲ ਕਿਹਨੇ ਬਣਾਇਆ ਸੀ, ਕਿਹਨੇ ਸਿਫਾਰਿਸ਼ ਕੀਤੀ ਸੀ ਇਹਦੀ, ਜਿਹਨੂੰ ਇੱਕ ਨਿੱਕੀ ਜਿਹੀ ਝੜਪਦਾ ਨਹੀਂ ਅੰਦਾਜ਼ਾ ਵੀ ਇਹ ਕਿੱਥੇ ਪਹੁੰਚ ਜਾਣੀ ਹੈ। ਕੋਈ ਦੇਸ਼ ਨਾਲ ਲੜਾਈ ਨਹੀਂ ਲੱਗੀ ਕਿਸੇ ਨਾਲ, ਵੀ ਕੋਈ ਬਰਾਬਰ ਦੀ ਫੌਜ ਨਾਲ ਲੜਨਾ, 200-250 ਬੰਦੇ ਨਾਲ ਲੜਨਾ, ਤੇ ਉਹ ਵੀ ਛੋਟੇ ਛੋਟੇ ਹਥਿਆਰਾਂ ਨਾਲ, ਤੇ ਟੈਂਕ ਲੈ ਕੇ ਜਾ ਰਿਹਾ। ਇੰਨਾ ਵੱਡਾ ਨੁਕਸਾਨ ਫੌਜ ਦਾ ਤੇ ਹਰਮੰਦਰ ਸਾਹਿਬ ਦਾ ਤੇ ਬਾਕੀ ਸਾਰਿਆਂ ਦਾ ਕਰਕੇ ਇਹ ਜਿਹੜਾ ਪੈਂਦਾ ਸੀ ਨੁਕਸਾਨ ਤਾਂ ਹੋਣਾ ਹੀ ਕੋਈ ਨਹੀਂ। ਇਹਦੇ ਨਾਲ ਉਹ ਚੰਗਾ ਸੀ ਜਿਹਨੇ ਆਖਿਆ ਵੀ 30% ਕਮਾਂਡੋ ਮਾਰ ਸਕਦੇ ਆ ਤੇ ਸਿਵਿਲੀਅਨ ਸਾਰੇ ਮਾਰਨੇ ਪੈਣੇ ਆ। ਸੋਚੋ ਕਰਨਾ ਹਮਲਾ ਕਿ ਨਹੀਂ ਕਰਨਾ। ਇਹੀ ਵੈਦਿਆ ਕਹਿੰਦਾ ਸੀ ਹਮਲਾ ਬਸ ਅੰਦਰ ਜਾਣਾ ਤਾਂ ਆਪਾਂ ਫੜ ਕੇ ਲਿਆਉਣਾ, ਨੁਕਸਾਨ ਕਾਹਦਾ ਹੋਣਾ। ਉਸੇ ਵੈਦਿਆ ਨੂੰ ਸਾਧ ਸੰਗਤ ਫਿਰ ਜਿੰਦੇ ਤੇ ਸੁੱਖੇ ਨੇ ਉਹਦੇ ਕੀਤੇ ਦਾ ਫਲ ਭੁਗਤਾਇਆ। ਸੋ ਉਹ ਤੀਜਾ ਘੱਲੂਘਾਰਾ ਆ ਜਿਹੜਾ ਸਿੱਖਾਂ ਦੇ ਦਿਲਾਂ ਉੱਤੇ ਉੱਪਰਿਆ ਗਿਆ। ਇਹ ਹਰ ਘੱਲੂਘਾਰੇ ਦਾ ਕੋਈ ਨਾ ਕੋਈ ਕਾਰਨ ਬਣਦਾ। ਛੋਟੇ ਘੱਲੂਘਾਰੇ ਨੇ ਨਹੀਂ ਸੀ ਵਾਪਰਨਾ ਜੇ ਜਾਸਪਤ ਰਾਏ ਜਿੱਦ ਨਾ ਕਰਦਾ। ਖਾਲਸਾ ਪੰਥ ਸ਼ਾਮ ਚੋਂ ਨਿਕਲ ਕੇ ਬੇਰ ਸਾਹਿਬ ਗੁਰਦੁਆਰੇ ਇਕੱਠਾ ਹੋਇਆ ਸੀ ਵਿਸਾਖੀ ਤੇ, ਜਿਹੜਾ ਭਾਈ ਲਾਲੋ ਦਾ ਪਿੰਡ ਹੈ ਏਮਨਾਬਾਦ, ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸਕ ਸਥਾਨ ਤੇ। ਇਹ ਜਾਸਪਤ ਰਾਏ ਦੀ ਹਕੂਮਤ ਸੀ। ਕਿਉਂਕਿ ਜਲੰਧਰ ਬਦਲ ਕੇ ਇਹਨੂੰ ਸਾਧ ਸੰਗਤ ਏਮਨਾਬਾਦ ਦਾ ਉਸ ਵੇਲੇ ਬਣਾਇਆ ਸੀ ਹਾਕਮ ਫੌਜਦਾਰ ਜਹੀਆ ਖਾਨ ਨੇ। ਇਹਨੇ ਆਖਿਆ ਮੈਂ ਤਾਂ ਸਿੱਖਾਂ ਨੂੰ ਪਾਣੀ ਨਾ ਪੀਣ ਦੇਵਾਂ ਇੱਥੇ, ਉਧਰ ਸਿੱਖਾਂ ਦੇ ਸਿਰਾਂ ਨੇ ਮੁੱਲ ਪੈਂਦੇ ਪਏ, ਤਾਂ ਤੁਸੀਂ ਕਹਿੰਦੇ ਇੱਥੇ ਵਿਸਾਖੀ ਮਨਾਉਣੀ ਆ। ਸਿੱਖਾਂ ਨੇ ਆਖਿਆ ਦੇਖ ਤੇਰੇ ਨਾਲ ਸਾਡਾ ਕੋਈ ਬਿਆਨ ਨਹੀਂ, ਤੇਰੇ ਇਲਾਕੇ 'ਚ ਕੋਈ ਲੁੱਟ ਮਾਰ ਨਹੀਂ ਕਰਨੀ, ਕੋਈ ਬੰਦਾ ਨਹੀਂ ਮਾਰਨਾ, ਅਸੀਂ ਸਿਰਫ ਮਹਾਰਾਜ ਦੇ ਨਮਸਕਾਰ ਕਰਨ ਆਏ ਆ, 3 ਦਿਨ ਜੋੜ ਮੇਲਾ ਕਰਾਂਗੇ, ਪ੍ਰਸ਼ਾਦਾ ਪਾਣੀ ਛਕਣਾ, ਵਿਸਾਖੀ ਮਨਾ ਕੇ ਚਲੇ ਜਾਣਾ। ਪਰ ਜਸਪਤ ਮੰਨਿਆ ਨੇ, ਫੌਜ ਲੈ ਕੇ ਆ ਗਿਆ, ਸਿੱਖਾਂ ਤੇ ਚੜਾਈ ਕੀਤੀ ਨਾ ਚਾਹੁੰਦੇ ਵੀ। 4 ਕਿਲੋਮੀਟਰ ਸਾਧ ਸੰਗਤ ਜੀ ਪੱਤੋਕੇ ਤੱਕ ਸਿੱਖ ਪਿੱਛੇ ਹਟ ਗਏ, ਪੱਤੋਕੇ ਦੀ ਝੱਲ ਤੱਕ, ਵੀ ਨਾ ਹੀ ਲੜਨਾ ਪਏ, ਨਾ ਹੀ ਲੜਨਾ ਪਏ। ਪਰ ਜਦੋਂ ਇਹਨੇ ਘੇਰਾ ਹੀ ਪਾ ਲਿਆ ਤੇ ਪੱਤੋਕੇ ਆਣ ਕੇ ਫਿਰ ਨਿਭਾਊ ਸਿੰਘ ਨੇ ਪਿੱਛੋਂ ਹਾਥੀ ਦੀ ਪੂਛ ਫੜ ਕੇ ਉਹਦੀ ਲੱਤ ਤੇ ਪੈਰ ਰੱਖ ਕੇ ਚੜ ਕੇ ਸਾਧ ਸੰਗਤ ਟਾਰੀ ਤੇ ਉਹਨੇ ਆਖਿਆ ਜਸਪਤ ਤੈਨੂੰ ਆਖਿਆ ਸੀ ਬੰਦੇ ਦਾ ਪੁੱਤ ਬਣ ਜਾ, ਇੱਕ ਵਾਰ ਮਾਰਿਆ ਤੇ ਇਹਦਾ ਸਿਰ ਲੱਤ। ਇਹਦੀ ਸਮਾਧੀ ਤੇ ਆਣ ਕੇ ਲਖਪਤ ਰਾਏ ਨੇ ਫਿਰ ਸਹੁੰ ਖਾਧੀ ਸੀ ਵੀ ਮੈਂ ਖਤਮ ਕਰ ਦਿਆਂਗਾ ਇਹ ਸਾਰੇ ਸਿੱਖ, ਕਿਉਂਕਿ ਮੇਰਾ ਭਰਾ ਮਾਰਤਾ। ਤੇ ਸਿੱਖ ਤਾਂ ਕਹਿ ਰਹੇ ਸੀ ਤੇਰੇ ਨਾਲ ਸਾਡੀ ਕੋਈ ਵੈਰ ਹੀ ਨਹੀਂ, ਤੂੰ ਕਾਹਤੋਂ ਲੜਦਾ ਪਿਆ। ਔਰ ਉਹ ਹੰਕਾਰ ਹੁੰਦਾ ਨਾ ਕੁਰਸੀ ਦਾ ਹੰਕਾਰ ਕੰਧ ਤੇ ਲਿਖੀ ਬਾਤ ਸਾਨੂੰ ਪੜ੍ਹਨ ਨਹੀਂ ਦਿੰਦਾ, ਜਿਸ ਕਰਕੇ ਸਾਧ ਸੰਗਤ ਜੀ ਫਿਰ ਇਹ ਚੀਜ਼ਾਂ ਵਾਪਰਦੀਆਂ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਕਲਗੀਧਰ ਪਾਤਸ਼ਾਹ ਨੇ ਜਿਹੜੀ ਇਸ ਕੌਮ ਨੂੰ ਇਹ ਵਡਿਆਈ, ਇਹ ਮਾਣ, ਇਹ ਸਪਿਰਟ, ਇਹ ਦਲੇਰੀ ਵਿਰਸੇ 'ਚ ਦਿੱਤੀ। ਸਤਿਗੁਰੂ ਦੀ ਕਿਰਪਾ ਕਰਨ ਇਹ ਉਹਨਾਂ ਨੂੰ ਆਪਾਂ ਨਮਸਕਾਰ ਕਰਦੇ ਰਹੀਏ ਜਿਹੜੇ ਪੂਰਨੇ ਸਾਡੇ ਵੱਡਿਆਂ ਨੇ ਪਾਏ। ਦੇਣ ਤਾਂ ਨਹੀਂ ਉਹਨਾਂ ਦਾ ਦਿੱਤਾ ਜਾ ਸਕਦਾ, ਪਰ ਆਪਾਂ ਯਾਦ ਤਾਂ ਕਰ ਸਕਦੇ ਨਾ ਜੀ ਉਹਨਾਂ ਨੂੰ। ਇਹ ਦਿਨ ਉਹਨਾਂ ਦੇ ਸਾਧ ਸੰਗਤ ਜੀ ਕੁਰਬਾਨੀਆਂ ਦੇ, ਜੰਗ ਦੇ, ਹਰਮੰਦਰ ਸਾਹਿਬ ਜੀ ਦੀ ਪਵਿੱਤਰਤਾ ਵਾਸਤੇ ਜੂਝਣ ਦੇ ਆ। ਇਸ ਕਰਕੇ ਗੁਰਮੁਖਾਂ ਨੇ ਉਹ ਆਪ ਜੀ ਨਾਲ ਕੁਝ ਬਚਨ ਸਾਂਝੇ ਕੀਤੇ ਸਨ। ਸੋ ਸਤਿਗੁਰੂ ਜੀ ਕਿਰਪਾ ਕਰਨ ਆਪਣੇ ਸਾਰਿਆਂ ਦੀ ਹਾਜ਼ਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪ੍ਰਵਾਨ ਹੋਵੇ ਜੀ। ਵਿਚਾਰ ਕਰਦੇ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਾਰੀਆਂ ਸੰਗਤਾਂ ਨੇ ਖਿਮਾ ਬਖਸ਼ ਦੇਣੀ। ਪ੍ਰੇਮ ਨਾਲ ਫਤਿਹ ਬੁਲਾਓ। ਅਗਲਾ ਪ੍ਰੋਗਰਾਮ ਗੁਰਮੁਖਾਂ ਤੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ। ਤੇ ਆਨੰਦ ਸਾਹਿਬ ਦਾ ਪਾਠ ਆਪਾਂ 6 ਪੌੜੀਆਂ ਕਰਕੇ ਫਿਰ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਨ ਆਈਆਂ।